ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਤਨਾਮ ਧੰਨ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਬਹੁ ਸ਼ਾਸਤਰ ਬਹੁ ਸਿਮਰਤ ਪੇਖੈ ਸਰਬ ਡਡੋਲ। ਪੂਜਸ ਨਾਹੀ ਹਰ ਹਰੇ ਪੂਜਸ ਨਾਹੀ ਹਰ ਹਰੇ। ਨਾਨਕ ਨਾਮ ਅਮੋਲ ਪੂਰਾ ਪ੍ਰਪ ਅਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਗਾਵੋ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ। ਸੰਗ ਤੇ ਪੂਰਿਆਂ ਗੁਰਾਂ ਦੇ। ਗੁਣ ਪੂਰਿਆਂ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆਂ। ਗਾਵੋ ਸੰਗ ਤੇ ਪੂਰਿਆਂ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ। ਪੂਰਿਆਂ ਗੁਰਾਂ ਦੇ ਗੁਣ ਪੂਰਿਆਂ। ਪੂਰਿਆਂ ਗੁਰਾਂ ਦੇ ਗੁਣ ਪੂਰਿਆਂ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆਂ। ਗਾਵੋ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆਂ ਗੁਰਾਂ
ਪ੍ਰਭ ਅਰਾਧਿਆ ਪੂਰਾ ਨਾਨਕ ਪੂਰਾ ਪਾਇਆ परम सन्मानयोग गुरु सतगुरु परमेश्वर जी का स्वरूप गुरु प्यारी गुरु सवारी गुरु खालसा साध संगत जी आप जी वडभागे हो दूरों नेड़े तो चल के धन धन सतगुरु श्री गुरु ग्रंथ साहिब महाराज जी की पावन पवित्र हजूरी साहिबा की मिठी गोद अंदर पहुँचना कीता। उत्थे ही जगत गुरु धन धन श्री गुरु नानक देव साहिब जी महाराज जी दे ਵੱਡੇ ਫਰਜ਼ੰਦ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਨ ਤਪਸਵੀ ਉਹਨਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਡੀ ਸਾਹਿਬ ਵਿਖੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਆਪ ਸੰਗਤਾਂ ਨੇ कीर्तन दरबार की भाई हाजरी भरी है। दास तो पहलों गुरु घर के कीर्तनिया विद्वाना अते सत्कारयोग अखाड़ा साहिब जी के बड़े प्यारे महापुरुष संत बाबा कुलदीप सिंह जी ਅਤੇ ਨਾਲ ਹੀ ਅਖਾੜਾ ਸਾਹਿਬ ਜੀ ਦੇ ਸਮੂਚਾ ਬਿਹੰਗਮ ਸਾਧੂ ਜੋ ਰਲ ਮਿਲ ਕਰਕੇ ਪਰਮਾਤਮਾ ਦਾ ਹਰ ਜਸ ਕਰ ਰਹੇ ਸੀ। ਆਪਾਂ ਸਾਰੇ ਆਓ, ਸਮਾਂ ਬੜਾ ਕੀਮਤੀ ਹੈ। ਅੱਜ ਦੇ ਦੀਵਾਨ ਵਿੱਚ बाबा श्री चंद साहिब जी ਅਤੇ ਉਹਨਾਂ ਦੀ ਪਵਿੱਤਰ ਭਜਨ ਬੰਦਗੀ ਮਹਿਮਾ ਅਤੇ ਪਰਮਾਤਮਾ ਦੇ ਬਾਰੇ ਪਰਮਾਤਮਾ ਮਨੁੱਖਾਂ 'ਤੇ ਕਿਸ ਤਰ੍ਹਾਂ ਦਇਆ ਬਖਸ਼ਿਸ਼ ਕਰਦਾ। ਆਓ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਆਪਾਂ ਸਾਰੀਆਂ ਵਿਚਾਰਾਂ ਸਰਵਣ ਕਰਨੀਆਂ ਹਨ। ਜਿੰਨੀਆਂ ਸੰਗਤਾਂ ਗੁਰੂ ਪਾਤਸ਼ਾਹ ਦੇ ਦਰਬਾਰ 'ਚ ਹਾਜ਼ਰ ਹੈ, ਉਹ ਜੋ ਬੱਚੇ ਬੱਚੀਆਂ ਬਾਹਰ ਨੇ, ਉਹਨਾਂ ਦੇ ਪਾਵਨ ਚਰਨਾਂ 'ਚ ਦਾਸ ਦੀ ਬੇਨਤੀ ਹੈ, ਗੁਰੂ ਦਰਬਾਰ ਦੀ ਭਾਈ ਹਾਜ਼ਰੀ ਭਰ ਕੇ ਆਪਣੇ ਸਮੇਂ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਸੋ ਸੰਗਤ ਜੀ, ਮਨੁੱਖਾ ਜੀਵਨ ਬੜਾ ਅਨਮੋਲਕ ਜੀਵਨ ਹੈ। ਅੱਜ ਦੇ ਕਲਯੁਗ ਦੇ ਸਮੇਂ ਅੰਦਰ ਅਸੀਂ ਇਸ ਮਨੁੱਖੇ ਜੀਵਨ ਦੀ ਸਾਰ ਨੂੰ, ਰੱਬੀ ਗੁਣਾਂ ਨੂੰ, ਪਰਮਾਤਮਾ ਦੇ ਦਿੱਤੇ ਇਸ ਪਵਿੱਤਰ ਜੀਵਨ ਨੂੰ ਅਨਰਥ ਕਰ ਰਹੇ ਹਾਂ। ਆਓ ਬੜੇ ਬਰਾਗ ਤੇ ਪਿਆਰ ਨਾਲ ਬੈਠ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ, ਬੜੀ ਭਾਵਨਾ ਨਾਲ ਫਤਿਹ ਦੀ ਸਾਂਝ ਪਾ ਕੇ ਭਗਤੀ ਦੀ ਡੋਰ ਨੂੰ, ਭਗਤੀ ਦੀ ਲੈ ਨੂੰ ਅੱਗੇ ਤੋਰਨ ਦਾ ਪ੍ਰਯਾਸ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦੇ ਕਲਿਆਣ
ਜਗਤ ਦੇ ਉਧਾਰ ਵਾਸਤੇ ਇਸ ਸੰਸਾਰ ਵਿੱਚ ਆਏ। ਤੇ ਜੇਕਰ ਅਸੀਂ ਅੱਖਾਂ ਨੂੰ ਥੋੜ੍ਹਾ ਜਿਹਾ ਅੱਖਾਂ ਤੋਂ ਭਰਮ ਦਾ, ਤ੍ਰਿਸ਼ਨਾਵਾਂ ਦਾ, ਵਾਸਨਾਵਾਂ ਦਾ ਚਸ਼ਮਾ ਲਾ ਕੇ ਪਿਆਰ ਦੇ ਨੇਤਰਾਂ ਨਾਲ ਦੇਖੀਏ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਜ ਵੀ ਸਾਡੇ ਵਿੱਚ ਵਿਰਾਜਮਾਨ ਹਨ। ਮਨੁੱਖ ਦੀ ਦ੍ਰਿਸ਼ਟੀ, ਮਨੁੱਖ ਦਾ ਦੇਖਣ 'ਚ ਫਰਕ ਹੈ। ਪਾਤਸ਼ਾਹ ਤੇ ਆਪਣੇ ਬੱਚਿਆਂ ਨਾਲ, ਆਪਣੇ ਧੀਆਂ ਪੁੱਤਰਾਂ, ਗੁਰਸਿੱਖਾਂ ਭਗਤਾਂ ਨਾਲ ਸਦਾ ਹੀ ਰਹਿੰਦੇ ਹੈ। ਗੁਰੂ ਨਾ ਜੰਮਦਾ ਨਾ ਮਰਦਾ। ਜੰਮਣ ਤੇ ਮਰਨ ਇਹ ਸਾਡੇ ਕਲਯੁਗ ਜੀਵਾਂ ਦਾ ਹੋਏ ਕਰਦਾ, ਪਰਮਾਤਮਾ ਦਾ ਨਹੀਂ। ਉਹ ਤੇ ਸਰਵ ਵਿਆਪੀ ਹੈ, ਸਾਰਿਆਂ ਵਿੱਚ ਰਮਿਆ, ਸਾਰਿਆਂ ਵਿੱਚ ਸਮਾਇਆ ਹੋਇਆ। ਜਿੰਨੇ ਵੀ ਸਰੀਰ ਨੇ ਇਹ ਸਾਰੀਆਂ ਰੂਹਾਂ ਉਸ ਵਾਹਿਗੁਰੂ ਦੀਆਂ ਨੇ। ਰਹਿਣ ਸਹਿਣ, ਰੰਗ ਰੂਪ, ਬੋਲ ਬਾਣੀ, ਖਾਣ ਪਾਣ ਸਾਡਾ ਭਾਵੇਂ ਵੱਖੋ ਵੱਖ ਹੈ, ਪਰੰਤੂ ਵਾਹਿਗੁਰੂ ਫਿਰ ਵੀ ਜਰੇ ਜਰੇ, ਪੱਤੇ ਪੱਤੇ 'ਚ ਪਰਮਾਤਮਾ ਰਮਿਆ। ਆਪਾਂ ਹੁਣੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦੀ ਮਹਿਮਾ ਨੂੰ ਗਾਇਆ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਆਨੰਦ ਤਾਂ ਜੇ ਪੂਰੇ ਦੇ ਗੁਣਾਂ ਨੂੰ ਗਾਵਾਂਗੇ, ਤੇ ਦੂਜਾ ਆਨੰਦ ਤਾਂ ਜੇ ਅਸੀਂ ਖੁਦ ਪੂਰੇ ਹੋਵਾਂਗੇ। ਜੀਵਨ ਸਾਡਾ ਅਧੂਰਾ ਹੈ। ਮਨੁੱਖ ਗਲਤੀਆਂ ਦਾ, ਕਹਿ ਲਈਏ ਕਿ ਗਲਤੀਆਂ ਕਰਨ ਵਾਲਾ ਇਨਸਾਨ ਹੈ, ਕਠਪੁਤਲੀ ਹੈ। ਅਸੀਂ ਗਲਤੀ ਤੇ ਗਲਤੀ ਕਰਦੇ ਜਾ ਰਹੇ ਹਾਂ, ਪਰੰਤੂ ਜਿੱਦਣ ਸਾਨੂੰ ਹੋਸ਼, ਸਾਨੂੰ ਅੰਦਰੋਂ ਜਾਗਰਤੀ ਆਉਂਦੀ ਹੈ, ਤਦ ਤੱਕ ਸਾਡਾ ਜਨਮ ਤੇ ਜੀਵਨ ਬੀਤ ਚੁੱਕਿਆ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ, ਜਿਨ੍ਹਾਂ ਨੇ ਇਸ ਮਾਤ ਲੋਕ ਦੀ ਧਰਤੀ 'ਤੇ ਗੁਰੂ ਨਾਨਕ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕਰਕੇ ਸੰਗਤ ਜੀ 151 ਸਾਲ ਦਾ ਜੀਵਨ ਜੀਵਿਆ। 151 ਸਾਲ ਬੜੀ ਲੰਬੀ ਜ਼ਿੰਦਗੀ ਉਹਨਾਂ ਨੇ ਜੀਵੀ ਹੈ। ਉਮਰ ਦੇ ਹਿਸਾਬ ਨਾਲ ਅਸੀਂ ਸਰੀਰ ਨੂੰ ਬਜ਼ੁਰਗ ਮੰਨਦੇ ਹਾਂ। ਅੱਜ ਦੇ ਯੁੱਗ ਜੇਕਰ ਕਿਸੇ ਦੀ 70, 75, 80 ਦੇ ਕਰੀਬ ਉਮਰ ਭੋਗ ਲਈ ਤੇ ਅਸੀਂ ਉਹਨੂੰ ਬਜ਼ੁਰਗ ਕਹਿਣ ਲੱਗ ਜਾਂਦੇ ਕਿ ਬਜ਼ੁਰਗ ਵਾ। ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ 1 ਸਾਲ ਵੱਧ ਜੀਵਿਆ। ਉਹਨਾਂ ਦੀ 150 ਸਾਲ ਸੀ। ਬਾਬਾ ਸ਼੍ਰੀ ਚੰਦ ਜੀ ਦੀ 151 ਸਾਲ। ਸਾਰੀ ਜ਼ਿੰਦਗੀ ਉਹਨਾਂ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਮੂਲ ਮੰਤਰ ਨੂੰ ਪੂਰੇ ਵਿਸ਼ਵ, ਕਾਬਲ, ਕੰਧਾਰ, ਉੜੀਸਾ ਤੋਂ ਲੈ ਕੇ ਬੰਬੇ, ਪੁਣੇ ਤੋਂ ਲੈ ਕਰਕੇ ਸੰਗਤ ਜੀ ਜਿੱਥੇ ਜਿੱਥੇ ਗੁਰੂ ਬਾਬਾ ਜੀ ਗਏ, ਬਾਬਾ ਸ਼੍ਰੀ ਚੰਦ ਜੀ ਨੇ ਮੂਲ ਮੰਤਰ ਦਾ, ਗੁਰੂ ਨਾਨਕ ਦੇ ਇਸ ਪਵਿੱਤਰ ਸ਼ਬਦ ਦਾ ਪ੍ਰਚਾਰ ਪ੍ਰਸਾਰ ਕਰਕੇ ਲੋਕਾਂ ਨੂੰ ਪਰਮਾਤਮਾ ਅਕਾਲ ਪੁਰਖ ਨਾਲ ਜੋੜਨਾ ਕੀਤਾ। ਧਿਆਨ ਦਿਓ, ਜੇਕਰ ਤੁਸੀਂ ਬਾਣੀ ਨਾਲ ਜੁੜੋਗੇ ਨਾ, ਬਾਣੀ ਨਾਲ, ਤੇ ਬਾਣੇ ਨਾਲ ਅਸੀਂ ਆਪੇ ਜੁੜ ਜਾਣਾ। ਜੇਕਰ ਅਸੀਂ ਬਾਣੀ ਨਾਲ ਜੁੜਾਂਗੇ, ਅਸੀਂ ਅੰਮ੍ਰਿਤ ਵੇਲੇ ਨਾਲ ਵੀ ਆਪੇ ਜੁੜ ਜਾਣਾ। ਜੇਕਰ ਅਸੀਂ ਬਾਣੀ ਨਾਲ ਜੁੜਾਂਗੇ, ਅਸੀਂ ਅੰਮ੍ਰਿਤ ਨਾਲ ਵੀ ਆਪੇ ਜੁੜ ਜਾਣਾ।
ਕਿਉਂਕਿ ਜਿਹੜੀ ਗੁਰਬਾਣੀ ਹੈ, ਬਾਣੀ ਹੈ ਸੰਗਤ ਜੀ, ਉਹ ਮਹਾਰਸ ਹੈ। ਉਹ ਬਾਣੀ ਜੋ ਅਕਾਲ ਪੁਰਖ ਦੇ ਦੇਸ਼, ਨਿਰੰਕਾਰ ਦੇ ਦੇਸ਼ ਤੋਂ ਉਤਰੀ, ਇਸ ਬਾਣੀ ਨੂੰ ਆਕਾਸ਼ ਬਾਣੀ ਵੀ ਕਿਹਾ ਜਾਂਦਾ ਹੈ। ਤੇ ਜਦੋਂ ਇਸ ਪਵਿੱਤਰ ਗੁਰਬਾਣੀ ਗੁਰੂ ਸਾਹਿਬਾਂ ਨੇ ਉਚਾਰਨ ਕੀਤੀ ਤੇ ਪਾਤਸ਼ਾਹ ਹਜ਼ੂਰ ਗੁਰੂ ਮਹਾਰਾਜ ਇਸ ਬਾਣੀ ਦਾ ਨਿਰਾਦਰ ਕਦੇ ਵੀ ਸਹਾਰ ਨਹੀਂ ਸਕੇ। ਔਰ ਇਸ ਪਵਿੱਤਰ ਗੁਰਬਾਣੀ ਨੂੰ ਦੁਨੀਆ 'ਚ ਕਿਸੇ ਦੀ ਤਾਕਤ ਨਹੀਂ ਹੈ ਕਿ ਗੁਰਬਾਣੀ ਦੇ ਇੱਕ ਸ਼ਬਦ ਨੂੰ ਇੱਧਰ ਉੱਧਰ ਕੋਈ ਕਰ ਦੇਵੇ, ਕਿਉਂਕਿ ਗੁਰਬਾਣੀ ਜਿਹੜੀ ਹੈ ਇੱਕ ਉਹਦੀ ਆਪਣੀ ਮਹਿਮਾ ਹੈ। ਅੱਜ ਦੀ ਡੇਟ 'ਚ, ਅੱਜ ਦੇ ਯੁੱਗ ਦੇ ਵਿੱਚ ਜਿਹੜੀ ਪਰਮਾਤਮਾ ਦੀ ਮਹਿਮਾ, ਪਰਮਾਤਮਾ ਦੀ ਸਿਫਤ ਹੈ, ਪਰਮਾਤਮਾ ਦੀ ਵਡਿਆਈ ਜਿਹੜੀ ਕੀਤੀ ਜਾਂਦੀ ਹੈ। ਮੈਂ ਸਮਾਂ ਦੇ ਜਾਚਕ ਹਾਂ, ਐਸੇ ਸ਼ਬਦ ਬੋਲਣ ਲੱਗਿਆ ਵੀ ਮਹਿਸੂਸ ਕਰਦਾ, ਪਰੰਤੂ ਕਲਯੁੱਗ ਦੇ ਵਿੱਚ, ਅੱਜ ਦੇ ਯੁੱਗ ਪਰਮਾਤਮਾ ਦੀ ਮਹਿਮਾ ਵੀ ਇੱਕ ਬਿਜ਼ਨਸ ਦਾ ਧੰਦਾ ਲੋਕਾਂ ਨੇ ਬਣਾ ਦਿੱਤੀ ਹੈ। ਰੱਬ ਦੀ ਮਹਿਮਾ, ਪਰਮਾਤਮਾ ਦਾ ਹਰ ਜਸ, ਪਰਮਾਤਮਾ ਦਾ ਨਾਮ ਮਨੁੱਖੇ ਜੀਵਨ ਦੇ ਸੁਧਾਰ ਲਈ ਹੈ, ਸੰਸਾਰ ਦੇ ਪ੍ਰਾਣੀਆਂ ਲਈ ਸੁਧਾਰ ਲਈ ਹੈ, ਜਨਮ ਨੂੰ ਸਫਲ ਕਰ ਲਈ ਹੈ। ਪਰੰਤੂ ਤਰਾਸਦੀ ਹੈ ਸਾਡੀ ਲੋਕਾਂ ਦੀ, ਇਸ ਦੁਨੀਆ ਨੇ ਪਰਮਾਤਮਾ ਦੇ ਨਾਮ ਨੂੰ, ਰੱਬੀ ਮਹਿਮਾ ਨੂੰ, ਪਰਮਾਤਮਾ ਦੀ ਮਹਿਮਾ ਨੂੰ ਵੀ ਇੱਕ ਬਿਜ਼ਨਸ ਦਾ ਧੰਦਾ ਬਣਾਇਆ। ਰੱਬ ਦੀਆਂ ਸਿਫਤਾਂ ਕਰਨ ਵਾਲੇ ਬੜੇ ਮਿਲਣਗੇ, ਪਰ ਉਹਨਾਂ ਦੀ ਰਚਨਾ ਤੇ ਸਿਫਤ ਹੈ ਅੰਦਰ। ਪੰਜਾਬੀ ਜਿਵੇਂ ਕਹਿ ਲਈ ਨਾ ਵੀ ਜ਼ਮੀਨਾਂ ਖਾਲੀ ਪਈਆਂ, ਅੰਦਰੋਂ ਕੰਗਾਲ ਨੇ ਲੋਕ, ਅੰਦਰੋਂ ਕੋਈ ਰਸ ਨਹੀਂ, ਅੰਦਰ ਕੋਈ ਖੇੜਾ ਨਹੀਂ, ਅੰਦਰ ਕੋਈ ਪਰਮਾਤਮਾ ਨਾਲ ਪ੍ਰੀਤ ਪਿਆਰ ਨਹੀਂ ਹੈ, ਅੰਦਰੋਂ ਕਲਰ ਵਰਗੇ ਨੇ। ਯਾਦ ਰੱਖੀਏ, ਰੱਬ ਦੀ ਜਿਹੜੀ ਮਹਿਮਾ ਅੱਜ ਉਸ ਪਵਿੱਤਰ ਮਹਿਮਾ ਨੂੰ, ਉਸ ਪਵਿੱਤਰ ਭਗਤੀ ਨੂੰ, ਉਸ ਪਵਿੱਤਰ ਪਰਮਾਤਮਾ ਦੇ ਨਾਮ ਨੂੰ ਇਹ ਜਗਤ ਦੇ ਪ੍ਰਾਣੀਆਂ ਨੇ, ਸੰਗਤ ਜੀ, ਪਰਮਾਤਮਾ ਨੇ ਨਾਮ ਨੂੰ ਵੀ ਵੇਚਣਾ ਸ਼ੁਰੂ ਕਰ ਦਿੱਤਾ। ਪਰਮਾਤਮਾ ਦਾ ਨਾਮ ਇੱਕ ਐਸੀ ਸ਼ਕਤੀ, ਜਿੱਦਾਂ ਆਪਾਂ ਰੋਜ਼ ਪੜ੍ਹਦੇ ਹਾਂ, ਸਰਬ ਰੋਗ ਕਾ ਔਖਦ ਨਾਮ। ਕਿੰਨੇ ਵੀ ਜ਼ਿੰਦਗੀ 'ਚ ਦੁੱਖ ਹੋਣ, ਸਾਰੇ ਦੁੱਖਾਂ ਦਾ ਦਾਰੂ ਪਰਮਾਤਮਾ ਦਾ ਨਾਮ ਹੁੰਦਾ। ਆਪਾਂ ਸਾਰੇ ਜੁੜ ਕੇ ਬੈਠੇ ਹਾਂ, ਇਹ ਵੀ ਇੱਕ ਬਖਸ਼ਿਸ਼ ਹੈ ਗੁਰੂ ਦੀ। ਅਸੀਂ ਨਾਮ ਜਪਦੇ ਹਾਂ, ਆਪਣੇ ਦੁੱਖਾਂ, ਰੋਗਾਂ, ਤਕਲੀਫਾਂ ਤੋਂ ਛੁਟਕਾਰਾ ਪਾਉਂਦੇ ਹਾਂ, ਔਰ ਮੋਕਸ਼ ਨੂੰ, ਪਰਮਾਤਮਾ ਨੂੰ ਪਾਉਂਦੇ। ਯਾਦ ਰੱਖੀਏ, ਬਾਬਾ ਸ਼੍ਰੀ ਚੰਦ ਜੀ ਕਿ ਉਹਨਾਂ ਨੇ 151 ਸਾਲ ਮਹਾਨ ਤਪੱਸਿਆ ਕੀਤੀ ਹੈ। ਸਾਖੀ ਤੁਸੀਂ ਬੜੀ ਵਾਰ ਸੁਣੀ ਹੋਣੀ। ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਸ਼ਟਰ ਦੀ ਧਰਤੀ, ਪੁਣੇ ਦੇ ਵਿਖ ਜੋ ਜਾਂਦੇ ਨੇ ਨਾ, ਉੱਥੇ ਜਗਨਨਾਥ ਜੀ ਦਾ ਬਹੁਤ ਵੱਡਾ ਮੰਦਿਰ ਹੈ। ਤੇ ਉਸ ਮੰਦਿਰ ਦੇ ਵਿੱਚ ਪੁਜਾਰੀ ਜਿਹੜੇ ਸਨ, ਜਦੋਂ ਜਗਨਨਾਥ ਜੀ ਦੀ ਆਰਤੀ ਕਰਦੇ ਸਨ ਤੇ ਹਮੇਸ਼ਾ ਉਹ ਦਰਵਾਜ਼ੇ ਵਗੈਰਾ ਜਾਂ ਭੋਗ ਲਾਉਣਾ, ਦਰਵਾਜ਼ੇ ਵਗੈਰਾ ਬੰਦ ਕਰ ਦਿੰਦੇ ਹੁੰਦੇ ਸੀ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਜਦੋਂ ਉਸ ਨਗਰੀ ਦੇ ਵਿੱਚ ਚਰਨ ਪਾਏ, ਬਾਬਾ ਕਮਲੀਆ ਜੀ ਨੇ ਆਖਿਆ ਕਿ ਦਰਸ਼ਨ ਦੀਦਾਰ ਕਰਨਾ ਹੈ। ਉਹਨਾਂ ਨੇ ਆਖਿਆ ਕਿ ਭੋਗ ਦਾ ਸਮਾਂ ਹੈ, ਠਾਕੁਰ ਨੂੰ ਭੋਗ ਲੱਗਣਾ, ਤੁਹਾਨੂੰ ਦਰਸ਼ਨ ਨਹੀਂ ਹੋ ਸਕਦਾ। ਤੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇ ਫਰਜ਼ੰਦ ਨੇ, ਮਹਾਨ ਤਪਸਵੀ ਨੇ। ਉਹ ਕਹਿੰਦੇ ਕਿ ਸਮੁੰਦਰ ਦੇ ਕਿਨਾਰੇ 'ਤੇ ਜਾ ਕੇ ਉਸ ਮੰਦਰ ਤੋਂ ਹਟਵਾਂ ਬੈਠ ਜਾਂਦੇ ਨੇ,
ਭਾਈ ਕਮਲੀਆ ਜੀ ਨਾਲ ਨੇ। ਉਧਰ ਪੁਜਾਰੀ ਪੰਡਤ ਜਦੋਂ ਠਾਕੁਰ ਨੂੰ ਭੋਗ ਲਾਉਣ ਲੱਗਦੇ ਤੇ ਜਿਹੜੇ ਭੋਗ ਦੇ ਥਾਲ ਸੀ ਨਾ ਜਿਨ੍ਹਾਂ ਦੇ ਵਿੱਚ ਭੋਜਨ ਪਰੋਸਿਆ ਪਾਇਆ ਸੀ ਉਹ ਥਾਲ ਅਲੋਪ ਹੋ ਗਏ। ਹੁਣ ਜਿਹੜੇ ਉਹ ਥਾਲ ਸੀ ਸੋਨੇ ਦੇ ਬਣੇ ਸਨ, ਸੁੰਦਰ ਬਰਤਨ ਸਨ। ਸੋਨਾ ਬਹੁਤ ਪਿਆਰਾ ਹੁੰਦਾ ਸਭ ਨੂੰ। ਸੰਗਤ ਜੀ ਜਦੋਂ ਬਰਤਨ ਅਲੋਪ ਹੋ ਜਾਂਦੇ ਨੇ ਸਾਰੇ ਮੰਦਿਰ ਦੇ ਵਿੱਚ ਰੌਲਾ ਪੈ ਜਾਂਦਾ ਕਿ ਠਾਕੁਰ ਦੇ ਬਰਤਨ ਅਲੋਪ ਹੋ ਗਏ, ਕੋਈ ਕਹਿੰਦਾ ਚੋਰੀ ਹੋ ਗਏ। ਤੇ ਸੰਗਤ ਜੀ ਇੱਧਰ ਬਾਬਾ ਸ਼੍ਰੀ ਚੰਦ ਜੀ, ਬਾਬਾ ਕਮਲੀਆ ਜੀ ਸਮੁੰਦਰ ਦੇ ਕਿਨਾਰੇ ਤੇ ਚੌਂਕੜਾ ਲਾ ਕੇ ਬੈਠੇ ਭਗਤੀ ਦੇ ਵਿੱਚ ਜੁੜੇ ਹੋਏ ਆ। ਮੰਦਿਰ ਦੇ ਵਿੱਚ ਰੌਲਾ ਪਿਆ ਹੋਇਆ ਤੇ ਜਿਹੜੇ ਪੁਜਾਰੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਹੁਕਮ ਦੀ ਉਲੰਘਣਾ ਕੀਤੀ ਕਿ ਉਹਨਾਂ ਦੇ ਪਿਆਰੇ ਸੇਵਕ ਭਾਈ ਕਮਲੀਆ ਜੀ ਨੂੰ ਮਨਾ ਕੀਤਾ ਸੀ ਕਿ ਦਰਸ਼ਨ ਨਹੀਂ ਹੋ ਸਕਦਾ, ਠਾਕੁਰ ਨੂੰ ਭੋਗ ਲੱਗਣਾ। ਯਾਦ ਆਇਆ ਕਿ ਮੈਂ ਇੱਕ ਮਹਾਨ ਤਪਸਵੀ ਗੁਰੂ ਨਾਨਕ ਦੇ ਪੁੱਤਰ ਨੂੰ ਮਨਾ ਕੀਤਾ, ਹੋ ਸਕਦਾ ਬਰਤਨ ਉੱਥੇ ਹੋਣ। ਜਦੋਂ ਜਾ ਕੇ ਬ੍ਰਾਹਮਣਾਂ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਸਾਡੇ ਤੋਂ ਭੁੱਲ ਹੋਈ ਹੈ, ਸਾਨੂੰ ਸਮਾਂ ਕਰੋ, ਉਹ ਬਰਤਨ ਕਿੱਥੇ ਹੈ? ਉਹ ਬਰਤਨ ਮਹਾਰਾਜ ਕਹਿੰਦੇ ਸਮੁੰਦਰ ਦੇ ਵਿੱਚ ਦੇਖੋ, ਉਹ ਹਜ਼ਾਰਾਂ ਬਰਤਨਾਂ ਦੇ ਸੋਨੇ ਦੇ ਬਰਤਨਾਂ ਦੇ ਉਹਦੇ ਵਿੱਚ ਢੇਰ ਲੱਗੇ ਸਨ, ਢੇਰ। ਤੇ ਗੁਰੂ ਬਾਬਾ ਜੀ ਕਹਿੰਦੇ ਵੀ ਜਿਹੜਾ ਤੁਹਾਡਾ ਚੁੱਕ ਲਓ। ਕਹਿੰਦੇ ਮਹਾਰਾਜ ਸਾਨੂੰ ਤਾਂ ਸਮਝ ਨਹੀਂ ਆ ਰਹੀ ਸਾਡਾ ਕਿਹੜਾ। ਐਸੀ ਉਹਨਾਂ ਦੀ ਮਹਿਮਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜਿਵੇਂ ਜਿਵੇਂ ਦੁਨੀਆ ਨੂੰ ਤਾਰਨਾ ਕੀਤਾ, ਬਾਬਾ ਸ਼੍ਰੀ ਚੰਦ ਜੀ ਨੇ ਉਸੇ ਪ੍ਰਕਾਰ ਲੋਕਾਂ ਦੇ ਮਨਾਂ ਚੋਂ ਹੰਕਾਰ ਨੂੰ, ਭਰਮ ਨੂੰ ਦੂਰ ਕੀਤਾ। ਭਾਈ ਪਰਮਾਤਮਾ ਸਾਰਿਆਂ ਦਾ ਇੱਕੋ, ਰੱਬ ਦੀ ਮਹਿਮਾ, ਪਰਮਾਤਮਾ ਦੇ ਨਾਮ ਤੇ ਪਖੰਡ ਨਾ ਕਰੋ। ਤਾਂ ਹੀ ਅੱਜ ਦੇ ਯੁੱਗ ਵਿੱਚ ਕਿਹਾ ਜਾਂਦਾ ਹੈ ਸਾਰਿਆਂ ਨੇ ਪੜ੍ਹਨਾ। ਸਿੰਘਾਂ ਨੂੰ ਬੇਨਤੀ ਹੈ, ਰਚਨਾ ਤਾਂ ਸਫਲ ਹੁੰਦੀ ਹੈ ਨਾ ਰਚਨਾ ਤੋਂ ਬੋਲਿਆ ਕਰੋ, ਸ਼ਰਮਾਇਆ ਨਾ ਕਰੋ। ਮਲੀਨ ਕਰਮ ਕਰਦੇ ਹਾਂ, ਪਾਪ ਕਰਦੇ ਹਾਂ, ਅਸੀਂ ਕਦੇ ਝਾਕਦੇ ਨਹੀਂ। ਉਹ ਰੱਬ ਦਾ ਕੀਰਤਨ ਕਰਨਾ ਹੋਵੇ, ਰੱਬ ਦੀ ਸਿਫਤ ਕਰਨੀ ਹੋਵੇ, ਸਾਨੂੰ ਸੰਕੋਚ ਨਜ਼ਰ ਆਉਂਦਾ। ਤੇ ਬੀਬੀਆਂ ਭੈਣਾਂ ਦੇ ਚਰਨਾਂ 'ਚ ਵੀ ਦਾਸ ਦੀ ਬੇਨਤੀ ਹੈ, ਧਾਰਨਾ ਉੱਚੀ ਪੜ੍ਹਿਆ ਕਰੋ ਕਿ ਸਾਨੂੰ ਐਂ ਜਾਪੇ ਕਿ ਰੱਬ ਦੀ ਗੋਦ 'ਚ ਬੈਠੇ ਹਾਂ, ਪਰਮਾਤਮਾ ਸਾਨੂੰ ਦੇਖਦਾ, ਕਿਉਂਕਿ ਅਸੀਂ ਉਹਦੇ ਧੀਆਂ ਪੁੱਤਰ ਹਾਂ। ਆਓ ਸਾਰੇ ਪੜ੍ਹੀਏ ਬੜੇ ਪਿਆਰ ਨਾਲ। ਉਹ ਦੁਨੀਆਦਾਰੀ ਨਾ ਜਾਣੇ ਰਾਮ ਜਪ ਫਕੀਰਾਂ ਦੀ, ਦੁਨੀਆਦਾਰੀ ਨਾ ਜਾਣੇ ਰਾਮ ਜਪ ਫਕੀਰਾਂ ਦੀ। ਦੁਨੀਆਦਾਰੀ ਨਾ ਜਾਣੇ ਰਾਮ ਜਪ ਫਕੀਰਾਂ ਦੀ, ਦੁਨੀਆਦਾਰੀ ਨਾ ਜਾਣੇ ਰਾਮ ਜਪ ਫਕੀਰਾਂ ਦੀ, ਦੁਨੀਆਦਾਰੀ ਨਾ ਜਾਣੇ ਰਾਮ ਜਪ ਫਕੀਰਾਂ ਦੀ। ਰਾਮ ਜਪ ਫਕੀਰਾਂ ਦੀ, ਰਾਮ ਜਪ ਫਕੀਰਾਂ, ਰਾਮ ਜਪ ਫਕੀਰਾਂ ਦੀ, ਰਾਮ ਜਪ ਫਕੀਰਾਂ ਦੀ, ਰਾਮ ਜਪ ਫਕੀਰਾਂ ਦੀ,
ਸੋ ਸੰਗਤ ਜੀ, ਜਿਹੜੇ ਸਤਿਪੁਰਸ਼ ਹੁੰਦੇ ਨੇ ਬ੍ਰਹਮ ਬੇਤੇ ਪਰਮਾਤਮਾ ਦਾ ਸਵਰੂਪ, ਉਹਨਾਂ ਦੀਆਂ ਰਮਜਾਂ, ਉਹਨਾਂ ਦੇ ਪਰਮਾਤਮਾ ਨਾਲ ਜਿਹੜੀ ਪ੍ਰੀਤ ਹੁੰਦੀ, ਉਹਨਾਂ ਨੂੰ ਕੋਤਕਾਂ ਨੂੰ ਸਮਝਣਾ ਸਾਡੇ ਜੀਵਨ ਦੇ ਵੱਸ ਦੀ ਗੱਲ ਨਹੀਂ ਹੈ। ਭਗਵਾਨ ਜੀ ਕਹਿੰਦੇ ਜਿਹੜੇ ਬਰਤਨ ਤੁਹਾਡੇ ਨੇ ਭਾਈ ਚੁੱਕ ਲਓ, ਬ੍ਰਾਹਮਣ ਸਾਰੇ ਚਰਨਾਂ 'ਚ ਪੈਂਦੇ ਨੇ। ਮਹਾਰਾਜ ਸਾਡੇ ਤੋਂ ਭੁੱਲ ਹੋਈ ਹੈ, ਸਾਡੇ ਤੋਂ ਅਪਰਾਧ ਹੋਇਆ। ਇਸੇ ਪ੍ਰਕਾਰ ਦੇਖੋ ਦੁਨੀਆ ਦੇ ਵਿੱਚ ਧਰਮ ਦੇ ਨਾਮ 'ਤੇ ਕਿੰਨੇ ਕਰਮ ਕਾਂਡ ਕੀਤੇ ਜਾਂਦੇ। ਪਰਮਾਤਮਾ ਸਰਵ ਵਿਆਪਕ ਹੈ, ਪਰਮਾਤਮਾ ਜਰੇ ਜਰੇ ਵਿੱਚ ਹੈ, ਹਰ ਸਰੀਰ ਦੇ ਵਿੱਚ ਪਰਮਾਤਮਾ ਹੈ। ਹੁਣ ਇਹ ਵੀ ਬੜਾ ਔਖਾ ਹੈ ਕਿ ਇਸ ਚੀਜ਼ ਨੂੰ ਸਮਝਣਾ ਕਿ ਸਾਰਿਆਂ 'ਚ ਪਰਮਾਤਮਾ ਹੈ। ਯਾਦ ਰੱਖੀਏ ਉਹ ਪਰਮਾਤਮਾ ਦੀ ਜਿਹੜੀ ਅਗੰਮੀ ਸ਼ਕਤੀ ਹੈ ਉਹ ਸਾਰਿਆਂ ਵਿੱਚ ਹੈ। ਪਰਮਾਤਮਾ ਸਰੀਰ ਨਹੀਂ ਹੈ। ਜਦੋਂ ਤੁਸੀਂ ਬੰਦਗੀ ਕਰਨ ਚੱਲੋਗੇ, ਜਦੋਂ ਤੁਸੀਂ ਸਿਮਰਨ ਕਰਨ ਚੱਲੋਗੇ, ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋਗੇ, ਬਾਣੀ ਨੂੰ ਪੜ੍ਹਨਾ ਸ਼ੁਰੂ ਕਰੋਗੇ, ਇਸ ਚੀਜ਼ ਦੀ ਸਮਝ ਤਾਂ ਸਾਨੂੰ ਫਿਰ ਜਾ ਕੇ ਆਉਣੀ ਹੈ। ਜਦ ਤੱਕ ਅਸੀਂ ਤੁਰਦੇ ਹੀ ਨਹੀਂ, ਕੋਈ ਪ੍ਰਾਣੀ ਕਿਸੇ ਦਿਸ਼ਾ ਮੰਜ਼ਿਲ ਲਈ ਤੁਰਿਆ ਹੀ ਨਹੀਂ, ਤੇ ਉਹਨਾਂ ਕਈ ਕਥਾ, ਕਈ ਕਹਾਣੀਆਂ, ਕਈ ਸਾਖੀਆਂ, ਕਈ ਗੁਰਬਾਣੀ ਦੇ ਸ਼ਬਦ ਹਰ ਬੰਦੇ ਦੇ ਸਮਝ 'ਚ ਨਹੀਂ ਆਉਂਦੇ। ਲੋਕ ਤੁਰੇ ਜ਼ਰੂਰ ਨੇ, ਰਸਤਾ ਜਿਵੇਂ ਕਿ ਇੱਕ ਰੱਬ ਦਾ, ਇੱਕ ਸੰਸਾਰ ਦਾ। ਅਸੀਂ ਸੰਸਾਰ ਦੇ ਰਸਤੇ 'ਤੇ ਤੁਰੇ ਹੋਏ ਪ੍ਰਾਣੀ ਆ। ਸਾਨੂੰ ਧਨ ਕਮਾਉਣ ਦਾ ਪਤਾ ਹੈ, ਦੁਨੀਆ ਦੇ ਵਿੱਚ ਬੱਚੇ ਪੈਦਾ ਕਰਨ ਦਾ ਪਤਾ ਹੈ, ਦੁਨੀਆ ਦੇ ਵਿੱਚ ਸਾਨੂੰ ਕੋਠੀਆਂ ਬਿਲਡਿੰਗਾਂ ਪਾਉਣ ਦਾ ਪਤਾ ਹੈ। ਪਰੰਤੂ ਸਾਡੀ ਇਹ ਤਰਾਸਦੀ ਹੈ ਕਿ ਅਸੀਂ ਜੋ ਅਧਿਆਤਮਿਕ ਦਾ ਮਾਰਗ ਹੈ, ਜੋ ਸੱਚਾਈ ਹੈ, ਜੋ ਅਟਲ ਹੈ, ਅਸੀਂ ਉਸ ਰਸਤੇ ਤੋਂ, ਪਰਮਾਤਮਾ ਦੇ ਪਵਿੱਤਰ ਅਧਿਆਤਮਿਕ ਰਸਤੇ ਤੋਂ ਭੁੱਲੇ ਹੋਏ ਹਾਂ। ਜਦੋਂ ਅਸੀਂ ਪਰਮਾਤਮਾ ਦੇ ਅਧਿਆਤਮਿਕ ਦੇ ਰਸਤੇ 'ਤੇ ਤੁਰਾਂਗੇ, ਇਹ ਸੰਸਾਰ ਦੇ ਜਿੰਨੇ ਵੀ ਸੁੱਖ ਨੇ, ਜਿੰਨੀਆਂ ਵੀ ਸੁਵਿਧਾਵਾਂ ਨੇ, ਸੱਚ ਕਰਕੇ ਜਾਣਿਓ ਧਰਮ ਦੇ ਰਾਹ 'ਤੇ ਪਰਮਾਤਮਾ ਦੇ ਪ੍ਰੀਤ, ਜਦੋਂ ਤੁਸੀਂ ਅਧਿਆਤਮਿਕ ਰਸਤੇ ਨੂੰ ਚੁਣੋਗੇ, ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਦੇ ਜਿੰਨੇ ਵੀ ਸੁੱਖ ਨੇ ਤੁਹਾਡੇ ਕਦਮਾਂ 'ਚ ਹੋਣਗੇ, ਤੁਹਾਡੇ ਚਰਨਾਂ 'ਚ ਹੋਣਗੇ। ਪਰੰਤੂ ਸਾਡਾ ਮਨ ਨਹੀਂ, ਅਸੀਂ ਸੰਸਾਰ ਦੇ ਰਸਤੇ 'ਤੇ ਤੁਰੇ ਹਾਂ। ਦੇਖੋ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਐਸਾ ਕੀ ਸੀ ਕਿ ਉਹਨਾਂ ਦਾ ਇੱਕ ਥਾਲ ਮੰਦਿਰ 'ਚ ਗਵਾਚਿਆ, ਤੇ ਬਾਬਾ ਜੀ ਨੇ ਸਾਗਰ ਸਮੁੰਦਰ ਦੇ ਵਿੱਚ ਹਜ਼ਾਰਾਂ ਉਹ ਜਿਹੇ ਸੋਨੇ ਦੇ ਥਾਲ ਉਹਨਾਂ ਨੂੰ ਦਰਸਾਏ ਤੇ ਵਿਖਾਏ। ਇਹ ਕੋਈ ਕੌਤਕ ਨਹੀਂ ਹੈ, ਉਹਨਾਂ ਦੀ ਆਪਣੀ ਇੱਕ ਸਹਿ ਸੁਭਾਅ, ਇੱਕ ਮਹਿਮਾ ਹੈ ਦੁਨੀਆ ਨੂੰ ਸਮਝਾਉਣ ਵਾਸਤੇ। ਜੇ ਬਲੀ ਕੰਧਾਰੀ ਵਰਗੇ ਪੱਥਰ ਸੁੱਟਦੇ ਤੇ ਸਾਡੇ ਬਾਪੂ ਹੱਥ ਕਰਦੇ ਆ ਤੇ ਪੰਜਾ ਸਾਹ ਬਣ ਜਾਂਦਾ। ਕੋੜੇ ਰਿੱਠੇ ਮਿੱਠੇ ਹੋ ਸਕਦੇ ਆ, ਧਰਤੀ ਤੋਂ ਉੱਚੇ ਰੁੱਖ ਉੱਤੇ ਹੁੰਦੇ ਆ, ਜੜ੍ਹਾਂ ਵੀ ਚਲੇ ਜਾਂਦੀਆਂ ਤਾਂ ਵੀ ਉਹ ਹਰੇ ਹੋ ਸਕਦੇ ਆ। ਨਾਨਕ ਧੀਰੇ ਗੁਰੂ ਨਾਨਕ ਸਾਹਿਬ ਚਰਨ ਲਾਉਂਦੇ ਆ ਤੇ ਜਲ ਦੀ ਧਾਰਾ ਫੁੱਟਦੀ ਆ। ਇਹ ਸਹਿਜ ਸੁਭਾਏ ਕੋਤਕ ਨਹੀਂ ਕੀਤੇ ਉਹਨਾਂ। ਦੇਖੋ ਸਾਡੀ ਬਿਰਤੀ ਹੈ, ਜਦੋਂ ਤੁਸੀਂ ਪਰਮਾਤਮਾ ਦੇ ਅਧਿਆਤਮਕ ਬੰਦਗੀ ਵਾਲੇ ਰਾਹ 'ਤੇ ਤੁਰੋਗੇ, ਇਹ ਚੀਜ਼ਾਂ ਨੈਚੁਰਲ ਸਾਡੇ ਜੀਵਨ 'ਚ ਸਾਡੇ ਅੱਗੇ ਆਉਣਗੀਆਂ। ਰਾਤ ਵੀ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਦਾਸ ਨੂੰ ਪੁੱਛਦੇ ਕਿ ਬਾਬਾ ਜੀ, ਕਿ ਕੁਦਰਤ ਨਾਲ ਜਿਹੜਾ ਪ੍ਰੇਮ ਹੁੰਦਾ ਤੇ ਕੁਦਰਤ ਦਾ ਪੈਗਾਮ, ਕੁਦਰਤ ਦੇ ਸੰਦੇਸ਼ ਨੂੰ ਕਿੱਦਾਂ ਫੀਲ ਕੀਤਾ ਜਾਂਦਾ? ਧਿਆਨ ਨਾਲ ਸੁਣਿਓ। ਜਦੋਂ ਤੁਹਾਨੂੰ ਰੱਬ ਨਾਲ, ਨਾਮ ਨਾਲ ਤੇ ਰੱਬ ਦੇ ਪਿਆਰਾਂ ਨਾਲ ਪ੍ਰੇਮ ਹੋਵੇਗਾ ਨਾ, ਸਭ ਤੋਂ ਪਹਿਲੀ ਗੱਲ ਹੈ ਨਾਮ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਰੱਬ ਨਾਲੋਂ ਰੱਬ ਦਾ ਨਾਮ ਵੱਡਾ ਹੈ।
ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਾਂਗੇ, ਆਹਿਸਤਾ ਆਹਿਸਤਾ ਬੁਰਾਈਆਂ ਸਾਡੇ ਅੰਦਰੋਂ ਖਤਮ ਹੁੰਦੀਆਂ ਜਾਣਗੀਆਂ, ਚੰਗਿਆਈਆਂ ਪ੍ਰਵੇਸ਼ ਕਰਨਗੀਆਂ। ਜਦੋਂ ਸਾਡੇ ਅੰਦਰ ਚੰਗਿਆਈਆਂ ਪ੍ਰਵੇਸ਼ ਕਰਨਗੀਆਂ, ਨਿਮਰਤਾ, ਦਇਆ, ਚੰਗੇ ਗੁਣ ਆਪਣੇ ਆਪ ਆ ਜਾਣੇ। ਬੰਦਾ, ਕਈ ਐਸੀਆਂ ਆਦਤਾਂ ਨੇ ਜਿਹੜੀਆਂ ਆਦਤਾਂ ਬੰਦੇ ਨੂੰ ਇੰਨਾ ਦੁੱਖ ਦਿੰਦੀਆਂ, ਉਹ ਛੱਡੀਆਂ ਨਹੀਂ ਜਾਂਦੀਆਂ। ਤੁਸੀਂ 22 ਦਿਨ ਸਿਮਰਨ ਕਰਕੇ ਦੇਖੋ, ਤੁਹਾਡੇ ਅੰਦਰ ਕਿੰਨੀਆਂ ਵੀ ਬੁਰਾਈਆਂ, ਸੰਗਤ ਜੀ ਗੁਰੂ ਕਿਰਪਾ ਨਾਲ ਸਾਰੀਆਂ ਬੁਰਾਈਆਂ ਬੰਦੇ ਦੇ ਅੰਦਰੋਂ ਖਤਮ ਹੋ ਜਾਂਦੀਆਂ, ਸਿਰਫ 22 ਦਿਨ। ਉਹ ਜਦੋਂ ਚੰਗਿਆਈਆਂ ਸਾਡੇ ਅੰਦਰ ਪ੍ਰਵੇਸ਼ ਕਰਨਗੀਆਂ ਤੇ ਸਾਡੀਆਂ ਅੱਖਾਂ ਦੇ ਵਿੱਚ ਉਹ ਨੂਰ, ਉਸ ਪਰਮਾਤਮਾ ਦੇ ਪਿਆਰ ਦਾ ਨੂਰ ਝਲਕੇਗਾ। ਸਾਨੂੰ ਹਵਾ ਚੱਲਦੀ ਹੋਏਗੀ, ਤਾਰੇ ਦਿਖਦੇ ਹੋਣਗੇ, ਧਰਤੀ 'ਤੇ ਜਿੰਨੇ ਵੀ ਜੀਵ ਜੰਤ ਨੇ, ਪ੍ਰਕਿਰਤੀ ਕੁਛ ਵੀ ਹੈ, ਜਦੋਂ ਸਾਡੀਆਂ ਅੱਖਾਂ 'ਚ ਪਰਮਾਤਮਾ ਦਾ ਉਹ ਨੂਰ, ਉਹ ਤਾਕਤ ਆਏਗੀ ਤੇ ਸਾਨੂੰ ਜਿੰਨੇ ਵੀ ਇਹ ਬ੍ਰਹਮੰਡ ਹੈ, ਜਿੰਨਾ ਵੀ ਸੰਗਤ ਜੀ ਕੁਦਰਤੀ ਹਵਾ ਹੈ, ਤਾਰੇ ਨੇ, ਚੰਦਰਮਾ ਹੈ, ਆਕਾਸ਼ ਹੈ, ਇਹ ਵੀ ਇੱਦਾਂ ਮਹਿਸੂਸ ਹੋਏਗਾ ਕਿ ਇਹ ਪਰਮਾਤਮਾ ਦਾ ਨਿੱਤ ਤੁਹਾਨੂੰ ਸੰਦੇਸ਼ ਦਿਆ ਕਰਨਗੇ। ਭਲੇ ਜ਼ਮਾਨੇ 'ਚ ਹੀ ਫਕੀਰ ਲੋਕ ਸੂਰਜ ਦੇਖ ਕੇ ਦੱਸ ਦਿੰਦੇ ਸੀ, ਚੰਦਰਮਾ ਦੇਖ ਕੇ ਦੱਸ ਦਿੰਦੇ ਸੀ, ਤਾਰਿਆਂ ਨੂੰ ਵੇਖ ਕੇ, ਚੰਦ ਦੇ ਰੰਗ ਨੂੰ ਦੇਖ ਕੇ ਦੱਸ ਦਿੰਦੇ ਹੁੰਦੇ ਸੀ ਕਿ ਦੁਨੀਆ 'ਤੇ ਕਰੋਪੀ ਹੈ, ਦੁਨੀਆ 'ਚ ਚੰਗਿਆਈ ਹੈ, ਸੰਸਾਰ 'ਤੇ ਵਕਤ ਕੈਸਾ ਹੈ। ਕਾਰਨ ਕੀ ਸੀ? ਇਹ ਵੀ ਇੱਕ ਕੁਦਰਤ ਹੈ। ਆਪਾਂ ਲੋਕ ਇਹਨੂੰ ਕ੍ਰਿਸ਼ਮਾ ਕਹਿ ਦਿੰਦੇ ਹਾਂ, ਕੋਤਕ ਕਹਿ ਦਿੰਦੇ ਹਾਂ, ਜਾਂ ਕੁਛ ਕਹਿ ਦਿੰਦੇ ਹਾਂ। ਭਗਤੀ ਕਰਨ ਵਾਲੇ ਨੂੰ ਕੋਤਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਪਰਮਾਤਮਾ ਵੱਲੋਂ ਹੀ ਉਹਨਾਂ 'ਤੇ ਐਸੀ ਦ੍ਰਿਸ਼ਟੀ ਹੁੰਦੀ ਹੈ, ਇੰਨੀਆਂ ਬਰਕਤਾਂ ਉਹਦੇ ਜੀਵਨ 'ਚ ਆ ਜਾਂਦੀਆਂ ਕਿ ਸੰਗਤ ਜੀ ਜਿੱਥੋਂ ਵੀ ਫਕੀਰ ਸਾਈਂ ਲੋਕ ਗੁਜ਼ਰ ਜਾਂਦੇ ਨੇ, ਸੁੱਕੇ ਲੋਕ ਵੀ, ਸੁੱਕੇ ਦਰਖਤ ਵੀ ਹਰੇ ਹੋ ਜਾਂਦੇ। ਇਹ ਨਾਮ ਦੀ ਬਰਕਤ ਹੈ। ਐਸਾ ਜੀਵਨ ਸੀ ਬਾਬਾ ਸ਼੍ਰੀ ਚੰਦ ਜੀ ਦਾ। ਮੈਂ ਜੈਦਰ ਜੀ ਨੂੰ ਕਿਹਾ, ਮੈਂ ਕਿਹਾ ਪੁੱਤ, ਜਦੋਂ ਬੰਦਾ ਪਰਮਾਤਮਾ ਨਾਲ ਜੁੜਦਾ ਨਾ ਨਾਮ ਨਾਲ, ਤੇ ਕੁਦਰਤੀ ਜਪ ਕਰਦਿਆਂ ਕਰਦਿਆਂ ਤ੍ਰਿਸ਼ਨਾਵਾਂ, ਵਾਸ਼ਨਾਵਾਂ ਖਤਮ ਹੋ ਗਈਆਂ, ਰਹਿ ਕੇ ਗਿਆ ਨਾਮ। ਤੇ ਨਾਮ ਜਦੋਂ ਆਏਗਾ, ਅੰਦਰ ਠਹਿਰਾਵ ਆ ਜਾਂਦਾ। ਫਿਰ ਤੁਸੀਂ ਜੋ ਕੁਛ ਦੇਖੋਗੇ, ਤੁਹਾਨੂੰ ਉਹ ਨਾਨਕ ਨਿਰੰਕਾਰੀ ਦਿਖਣਾ, ਤੁਹਾਨੂੰ ਉਹ ਦਸ਼ਮੇਸ਼ ਹੀ ਦਿਖਣਾ। ਸਾਨੂੰ ਉਹ ਗੁਰਬਾਣੀ ਦੇ ਪ੍ਰਭਾਵ ਨਾਲ ਸਾਰੇ ਪਰਮਾਤਮਾ ਦਾ ਪੈਗਾਮ, ਪਰਮਾਤਮਾ ਦਾ ਸੰਦੇਸ਼ ਹੀ ਦਿੰਦੇ ਦਿਖਣਗੇ। ਸੰਗਤ ਜੀ, ਸਿਰਫ ਰਸਤਾ ਚੁਣੋ। ਅਸੀਂ ਰਸਤਾ ਸੰਸਾਰ ਦਾ ਚੁਣ ਕੇ ਬੈਠੇ, ਪਰੰਤੂ ਇਹ ਸੱਚਾਈ ਨਹੀਂ ਹੈ, ਇਹ ਸ਼ਾਂਤੀ ਨਹੀਂ ਹੈ। ਅਧਿਆਤਮਕ ਦੇ ਰਸਤੇ ਨੂੰ ਚੁਣੋ। ਰੋਜ਼ 15-20 ਮਿੰਟ ਸਿਮਰਨ ਕਰੋ, ਧਿਆਨ ਲਾਓ, ਸੱਚੇ ਸੁੱਚੇ ਜੀਵਨ ਨੂੰ ਅਪਣਾਓ। ਆ ਪਖੰਡ ਤੋਂ, ਭਰਮਾਂ ਤੋਂ ਉੱਚੇ ਉੱਠੋ। ਰੱਬ ਦੇ ਨਾਮ ਨੂੰ ਮੈਂ ਸਭ ਨੂੰ ਬੇਨਤੀ ਕਰਦਾ, ਭਗਤੀ ਦੇ ਨਾਮ 'ਤੇ ਕਦੇ ਵੀ ਪਖੰਡ ਨਾ ਕਰੋ। ਸਭ ਤੋਂ ਵੱਡੀ ਸਜ਼ਾ ਜਿਹੜਾ ਬੰਦਾ ਭਗਤੀ ਦੇ ਨਾਮ 'ਤੇ ਪਖੰਡ ਕਰਦਾ, ਜਿਹੜੇ ਲੋਕ ਪਰਮਾਤਮਾ ਦੇ ਨਾਮ ਨੂੰ ਵੇਚਦੇ ਹੈ। ਦੇਖੋ, ਪਰਮਾਤਮਾ ਦਾ ਨਾਮ ਸਾਨੂੰ ਪਰਮਾਤਮਾ ਤੱਕ ਪਹੁੰਚਾਉਂਦਾ, ਸਾਨੂੰ ਸਕੂਨ, ਖੁਸ਼ੀ ਦਿੰਦਾ, ਸਾਨੂੰ ਸਾਡੇ ਪਰਿਵਾਰਾਂ ਨੂੰ ਸੁੱਖ ਦਿੰਦਾ। ਮੈਂ ਸਾਰਿਆਂ ਦੇ ਪਾਵਨ ਚਰਨਾਂ 'ਚ ਬੇਨਤੀ ਕਰਦਾ ਕਿ ਪਰਮਾਤਮਾ ਦੇ ਨਾਮ ਭਗਤੀ ਭਾਵ ਨੂੰ ਪਖੰਡ ਦਾ ਰੂਪ ਨਾ ਦੇਵੋ। ਉਹ ਦੂਸਰੇ ਨੰਬਰ 'ਤੇ ਪਰਮਾਤਮਾ ਦੀ ਮਹਿਮਾ ਨੂੰ ਵੇਚਿਓ ਨਾ, ਉਹਨੂੰ ਰੋਟੀ ਦਾ ਸਾਧਨ ਨਾ ਬਣਾਓ। ਜੇ ਤੁਸੀਂ ਸੱਚੇ ਭਾਵ ਨਾਲ ਪਰਮਾਤਮਾ ਦੀ ਬੰਦਗੀ, ਭਗਤੀ ਕਰੋਗੇ, ਦੁਨੀਆ ਦੇ ਜਿੰਨੇ ਵੀ ਸੁੱਖ ਨੇ ਦਾਸ ਦਾਵੇ ਨਾਲ ਕਹਿੰਦਾ ਕਿ ਤੁਹਾਡੇ ਚਰਨਾਂ 'ਚ ਹੋਣਗੇ, ਚਰਨਾਂ 'ਚ। ਪਰ ਸਾਡੀ ਜੇ ਪ੍ਰੀਤ ਹੋਏਗੀ, ਅੱਜ ਦੁਨੀਆ 'ਚ ਦੇਖਿਆ ਮੈਂ, ਲੋਕ ਭਗਤੀ ਦੇ ਨਾਮ 'ਤੇ, ਰੱਬ ਦੇ ਨਾਮ 'ਤੇ ਬਹੁਤ ਡਰਾਮਾ ਕਰਦੇ ਆ। ਅਸੀਂ ਰੱਬ ਦੇ ਬੜੇ ਕਰੀਬ ਹਾਂ। ਜ਼ਰੂਰੀ ਨਹੀਂ, ਪਾਪੀ ਪੁਰਖ ਵੀ ਰੱਬ ਦੇ ਕਰੀਬ ਹੈ। ਦੁਨੀਆ ਜੋ ਕੁਛ ਹੈ, ਸਾਰੇ ਰੱਬ ਦੇ ਕਰੀਬ ਨੇ। ਫਰਕ ਇੰਨਾ ਕਿ ਦੇਖਣ 'ਚ ਫਰਕ ਪੈ ਚੁੱਕਿਆ। ਹਰ ਜੀਵ ਪਰਮਾਤਮਾ ਦੇ ਕਰੀਬ ਹੈ, ਹਰ ਜੀਵ ਦੇ ਪਰਮਾਤਮਾ ਕਰੀਬ ਹੈ। ਪਰ ਆਪਣੇ ਛੁੱਤੇ ਮਨ ਨੂੰ,
ਆਪਣੀ ਸੁੱਤੀ ਰੂਹ ਨੂੰ ਜਗਾਉਣ ਦਾ ਪ੍ਰਯਾਸ ਕਰੋ। ਮੈਂ ਅੱਗੇ ਵੀ ਕਿਹਾ, ਬਾਣੀ ਨਾਲ ਜੁੜੋਗੇ ਨਾ ਤੇ ਸ਼ਬਦ ਨਾਲ ਜੁੜੋਗੇ, ਸਾਰਾ ਕੁਝ ਵਾਹਿਗੁਰੂ ਨੇ ਆਪੇ ਦੇ ਦੇਣਾ। ਤੁਸੀਂ ਕੁਝ ਨਹੀਂ ਕਰਨਾ। 10-15 ਮਿੰਟ, ਘੰਟਾ, ਜਿੰਨਾ ਤੁਹਾਡੇ ਸਮਰੱਥ ਹੈ ਬੈਠਣ ਦੀ, ਉਸ ਵਾਹਿਗੁਰੂ ਦੇ ਪਵਿੱਤਰ ਜਾਪ ਨੂੰ ਰੋਜ਼ ਕਰੋ। ਛੱਡੋ ਨਾ ਸਾਲ, 2 ਸਾਲ, 3 ਸਾਲ। ਦੇਖਿਓ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਖੁਸ਼ੀਆਂ ਪਰਮਾਤਮਾ ਬਰਕਤਾਂ ਨਾਲ ਝੋਲੀਆਂ ਭਰ ਦਿੰਦਾ ਹੈ। ਪਰਮਾਤਮਾ ਦੇ ਨਾਮ 'ਚ ਮਹਾ ਸ਼ਕਤੀ ਆਓ। ਸਾਰੇ ਪੜ੍ਹੀਏ ਬਾਬਾ ਸ਼੍ਰੀ ਚੰਦ ਜੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਭਗਤੀ ਚ ਲਾ ਕੇ ਲੋਕਾਂ ਨੂੰ ਸੱਚ ਤੇ ਸੁੱਚ ਦਾ ਮਾਰਗ ਦਿਖਾਇਆ। ਆਪਣੇ ਭਰਾ ਲਖਮੀ ਚੰਦ ਨੂੰ ਇਹ ਵੀ ਕਿਹਾ ਸੀ, ਆਪਾਂ ਭਾਵੇਂ ਗੁਰੂ ਨਾਨਕ ਦੇ ਪੁੱਤਰ ਹਾਂ, ਲੇਖਾ ਆਪਾਂ ਨੂੰ ਵੀ ਦੇਣਾ ਪੈਣਾ। ਜੀਵਾਂ ਦੀ ਹੱਤਿਆ ਨਾ ਕਰੋ, ਇਹ ਨਿਰਦੋਸ਼ ਬੇਜਵਾਨ ਜਾਨਵਰਾਂ ਨੂੰ ਨਾ ਮਾਰੋ। ਅੱਜ ਕੋਈ ਤਰਸ ਕਰਦਾ, ਕੋਈ ਕਿਵੇਂ ਖਾ ਰਿਹਾ ਮਰੋੜ ਮਰੋੜ ਕੇ, ਕੋਈ ਕਿਵੇਂ ਖਾ ਰਿਹਾ, ਉਹ ਵੀ ਗੁਰੂ ਦੇ ਨਾਮ ਤੇ, ਉਹ ਵੀ ਅੰਮ੍ਰਿਤ ਦੇ ਨਾਮ ਤੇ। ਤੇ ਇੱਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਹੱਲਾ ਕਰਕੇ ਖਾਓ, ਇਦਾਂ ਖਾਓ, ਉਦਾਂ ਖਾਓ। ਹੁਣ ਤੁਸੀਂ ਗੁਰੂ ਦੇ ਸਿੱਖ ਹੋ, ਗੁਰੂ ਨਾਨਕ ਦੇ ਪੁੱਤਰ ਨੇ ਬਾਬਾ ਸ਼੍ਰੀ ਚੰਦ ਜੀ, ਕਿੰਨੀ ਦਇਆ ਸੀ ਉਹਨਾਂ ਦੇ ਵਿੱਚ। ਆਪਣੇ ਭਰਾ ਲਖਮੀ ਦਾਸ ਨੂੰ ਕਹਿੰਦੇ, ਵੀਰੇ ਭਾਵੇਂ ਨਾਨਕ ਦੇ ਪੁੱਤਰ ਆ, ਪਰਮਾਤਮਾ ਦਾ ਸੰਵਿਧਾਨ, ਉਹਦੀ ਦਰਗਾਹ ਸਾਰਿਆਂ ਲਈ ਇੱਕ ਹੈ। ਚਾਹੇ ਕੋਈ ਗੁਰੂ ਪੁੱਤਰ ਹੈ, ਚਾਹੇ ਕੋਈ ਆਮ ਹੈ, ਚਾਹੇ ਕੋਈ ਰਾਜਾ ਰਾਣੀ, ਕੋਈ ਵੀ ਹੈ। ਇੰਨੀ ਨਿਮਰਤਾ ਸੀ ਉਹਨਾਂ। ਤੇ ਭਰਾ ਜੀ ਨੂੰ ਕਿਹਾ, ਭਰਾ ਆ ਜਿੰਨੇ ਜੀਵ ਮਾਰੇ ਨੇ ਲੇਖਾ ਦੇਣਾ ਪੈਣਾ। ਤੇ ਤੁਸੀਂ ਸਰੂਪ ਦੇਖਿਆ ਹੋਣਾ, ਬਾਬਾ ਲਖਮੀ ਦਾਸ ਜੀ ਸਾਰਾ ਪਰਿਵਾਰ ਸੱਚਖੰਡ ਲੈ ਜਾਂਦੇ ਲੇਖਾ ਦੇਣ ਵਾਸਤੇ। ਅਸੀਂ ਕਾਹਦੇ ਵਿਚਾਰੇ ਹਾਂ? ਉਹ ਕਹਿੰਦੇ ਕਿ ਗੁਰੂ ਨਾਨਕ ਦੇ ਘਰ ਚਾਹੇ ਜਨਮ ਲਿਆ, ਲੇਖਾ ਦੇਣਾ ਪੈਣਾ। ਅੱਜ ਪਰਮਾਤਮਾ ਦੇ ਨਾਮ ਤੇ ਬੱਕਰੇ ਵੱਢ ਵੱਢ ਖਾਈ ਜਾਂਦੇ ਆ। ਕਿੰਨਾ ਕੁ ਇਹ ਸਭ ਪਖੰਡ ਹੈ। ਪਰਮਾਤਮਾ ਥੋੜਾ ਕਹਿੰਦਾ ਜੀਵ ਹੱਤਿਆ ਕਰੋ। ਦੇਖੋ ਰੱਬ ਦੇ ਨਾਮ ਤੇ ਲੋਕ ਕੀ ਕੁਛ ਕਰ ਰਹੇ ਨੇ। ਇਹਨੂੰ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ? ਅਸੀਂ ਕਾਮਯਾਬ ਕਿਵੇਂ ਹੋਵਾਂਗੇ? ਬਾਣੀ ਨਿਮਰਤਾ ਸਿਖਾਉਂਦੀ ਹੈ, ਬਾਣੀ ਦਇਆ ਸਿਖਾਉਂਦੀ ਹੈ। ਜਿਨ੍ਹਾਂ ਲੋਕਾਂ 'ਚ ਜੀਵ ਦਇਆ ਹੀ ਨਹੀਂ, ਜੀਵਾਂ ਤੇ ਤਰਸ ਹੀ ਨਹੀਂ, ਸੰਗਤ ਜੀ ਚਾਹੇ ਕੋਈ ਵੀ ਹੈ, ਉਹ ਰੱਬ ਦੇ ਕਰੀਬ ਨਹੀਂ ਹੋ ਸਕਦਾ। ਤੋਲ ਧਰਮ ਦਇਆ ਕਾ ਪੂਤ, ਦਇਆ ਹੋਣੀ ਬੜੀ ਜ਼ਰੂਰੀ ਹੈ। ਆਓ ਪੜ੍ਹੀਏ ਸਾਰੇ, ਰਚਨਾ ਪਵਿੱਤਰ ਕਰੀਏ। ਉਹ ਲੇਖਾ ਮੰਗੂਗਾ ਧਰਮ ਰਾਜਾ ਬਾਣੀਆਂ, ਉੱਥੇ ਕੀ ਜਵਾਬ ਦੇਵੇਗਾ? ਮੰਗੂਗਾ ਧਰਮ ਰਾਜਾ, ਫਿਰ ਕੀ ਜਵਾਬ ਦੇਵੇਗਾ?
ਰਾਜਾ ਬਾਦਸ਼ਾਹ ਕੀ ਜਵਾਬ ਦੇਵੇਗਾ ਰਾਜਾ ਬਾਦਸ਼ਾਹ ਫੇਰ ਕੀ ਜਵਾਬ ਦੇਵੇਗਾ ਇਹ ਨਾ ਭੁੱਲੋ ਦੁਨੀਆ 'ਚ ਬੇਜ਼ੁਬਾਨ ਜੀਵਾਂ ਨੂੰ ਮਾਰਨਾ, ਹੱਤਿਆ ਕਰਨੀ, ਆਪਣੀ ਰਚਨਾ ਦੇ ਸਵਾਦ ਲਈ ਪਰਮਾਤਮਾ ਦੇ ਨਾਮ ਨੂੰ ਵਰਤਣਾ ਇੱਕ ਮਹਾਂ ਪਾਪ ਹੈ। ਗੁਰੂ ਨਾਨਕ ਦੇ ਘਰ, ਗੁਰੂ ਨਾਨਕ ਦੇ ਫਰਜ਼ੰਦ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਆਪਣੇ ਛੋਟੇ ਭਰਾ ਨੂੰ ਉਪਦੇਸ਼ ਦਿੰਦੇ ਹੈ, ਭਰਾਤਾ ਜੀ ਅਸੀਂ ਗੁਰੂ ਨਾਨਕ ਦੇ ਘਰ ਜਨਮ ਲਿਆ, ਪਰਮਾਤਮਾ ਦਾ ਸੰਵਿਧਾਨ ਸਭ ਲਈ ਇੱਕ ਹੈ, ਸਾਨੂੰ ਵੀ ਗੁਰੂ ਨਾਨਕ ਦੇ ਪੁੱਤਰ ਹੋਣ ਦੇ ਬਾਵਜੂਦ ਵੀ ਲੇਖਾ ਦੇਣਾ ਪੈਣਾ। ਤੇ ਬਾਬਾ ਲਖਮੀ ਦਾਸ ਜੀ ਆਪਣਾ ਪਰਿਵਾਰ, ਆਪਣੀ ਧਰਮ ਪਤਨੀ ਮਾਤਾ ਬੁੱਧਵੰਤੀ ਅਤੇ ਆਪਣਾ ਪੁੱਤਰ ਬਾਬਾ ਧਰਮ ਚੰਦ ਔਰ ਜਿੰਨੇ ਵੀ ਜੀਵ ਉਹਨਾਂ ਨੇ ਮਾਰੇ ਸਨ, ਸਾਰਿਆਂ ਨੂੰ ਸੰਗਤ ਜੀ ਜਿਉਂਦੇ ਕਰਕੇ ਸੱਚਖੰਡ ਲੈ ਜਾਂਦੇ ਹੈ। ਇਤਿਹਾਸ ਬਹੁਤ ਲੰਬਾ ਹੈ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਬਾਬਾ ਕਮਲੀਆ ਜੀ ਕਹਿੰਦੇ, ਬਾਬਾ ਜੀ ਬਾਬਾ ਲਖਮੀ ਦਾਸ ਜੀ ਆਪਣਾ ਸਾਰਾ ਪਰਿਵਾਰ ਲੈ ਗਏ ਤੇ ਆਪਣੇ ਗ੍ਰਹਿ ਵਿਖੇ ਇੱਕੋ ਗੁਰੂ ਨਾਨਕ ਦਾ ਪੁੱਤਰ ਹੈ ਬਾਬਾ ਧਰਮ ਚੰਦ, ਜੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁੱਤਰ ਹੈ। ਤੇ ਗੁਰੂ ਨਾਨਕ ਦੀ ਜਿਹੜੀ ਅੰਸ਼ ਵੰਸ਼ ਹੈ ਉਹ ਕਿੱਦਾਂ ਚੱਲੂਗੀ? ਫਿਰ ਬਾਬਾ ਸ਼੍ਰੀ ਚੰਦ ਜੀ ਬੜੇ ਵਿਰਾਗ ਵਿੱਚ ਆਉਂਦੇ ਹੈ ਕਿ ਸੱਚ ਬਾਬਾ ਲਖਮੀ ਦਾਸ ਜੀ ਤੇ ਸਾਰਾ ਪਰਿਵਾਰ ਹੀ ਲੈ ਗਏ। ਮੈਂ ਗਿਣਤੀ ਵਿੱਚ ਨਹੀਂ ਕਹਿ ਸਕਦਾ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਖੱਬੀ ਬਾਂਹ ਬੜੀ ਲੰਬੀ ਕਰਕੇ, ਕਈ ਮੀਲਾਂ ਕਈ ਯੋਜਨ ਲੰਬੀ ਕਰਕੇ ਬਾਬੇ ਧਰਮ ਚੰਦ ਨੂੰ ਉਤਾਰਿਆ ਔਰ ਉਹਨਾਂ ਨੂੰ ਆਪਣੇ ਪੈਰ ਦੇ ਅੰਗੂਠੇ ਨਾਲ ਦੁੱਧ ਪਿਆ ਕਰਕੇ ਆਪਣੀ ਝੋਲੀ ਦੇ ਵਿੱਚ ਖੜਾ ਕੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਦੀ ਇਸ ਵੇਲ ਨੂੰ, ਗੁਰੂ ਨਾਨਕ ਦੀ ਅੰਸ਼ ਵੰਸ਼ ਨੂੰ ਇੱਕ ਮਹਾਨ ਕਹਿੰਦੇ ਕਿ ਫਲ ਲਾਇਆ ਕਿ ਅੱਜ ਵੀ ਗੁਰੂ ਨਾਨਕ ਦੀ 17ਵੀਂ ਪੀੜ੍ਹੀ ਬਾਬਾ ਸਰਬਜੋਤ ਸਿੰਘ ਸਾਹਿਬ ਜੀ ਬੇਦੀ, ਬਾਪੂ ਦੀ 17ਵੀਂ ਪੀੜ੍ਹੀ ਅੱਜ ਵੀ ਚੱਲ ਰਹੀ ਹੈ। ਹੁਣ ਦੋ ਅੱਖਾਂ ਨੇ ਕਿੱਧਰ ਹੈ, ਇੱਕ ਤੇ ਉਹਨਾਂ ਨੇ ਗੁਰੂ ਨਾਨਕ ਦੀ ਅੰਸ਼ ਵੰਸ਼ ਨੂੰ ਰੱਖਿਆ ਔਰ ਇੱਕ ਜਾਣੀਏ ਕਿ ਅੱਜ ਵੀ ਉਹ ਲੰਬੀਆਂ ਬਾਹਾਂ ਵਾਲਾ ਬਾਬਾ ਆਪਣੇ ਭਗਤਾਂ ਦੇ ਨਾਲ ਹੀ ਰਹਿੰਦਾ। ਸਤਿ ਸ੍ਰੀ ਅਕਾਲ। ਅੱਜ ਵੀ ਉਹ ਲੰਬੀਆਂ ਬਾਹਾਂ ਵਾਲਾ ਬਾਪੂ, ਉਹਨੂੰ ਪਿਆਰ ਕਰਨ ਵਾਲੇ ਸਰੀਰ, ਉਹਨਾਂ ਦਾ ਸਤਿਕਾਰ ਕਰਨ ਵਾਲੇ ਸਰੀਰ, ਉਹਨਾਂ ਦੇ ਮਰੀਦ ਉਹ ਲੰਬੀਆਂ ਬਾਹਾਂ ਵਾਲਾ ਬਾਬਾ ਆਪਣੇ ਪਿਆਰ ਨਾਲ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਖੜਦਾ। ਉਹ ਇਹ ਨਾ ਸੋਚੋ ਕਿ ਲੰਮੀਆਂ ਬਾਹਾਂ ਵਾਲਾ ਅੱਜ ਵੀ ਨਹੀਂ ਗਾ, ਉਹ ਅੱਜ ਵੀ ਤੁਹਾਡੇ ਵਿੱਚ ਹੀ ਹੈ। ਯਾਦ ਰੱਖੀਏ, ਬਿਰਤੀ ਹੈ, ਇੱਕ ਭਤੀਜੇ ਨੂੰ ਲਾਉਣਾ ਕੀਤਾ, ਦੂਜਾ ਆਪਣੇ ਭਗਤਾਂ ਦੀ ਉਹੀ ਲੰਬੀ ਬਾਂਹ ਕਰਕੇ ਲਾਜ ਰੱਖਦਾ ਆ ਰਿਹਾ ਤੇ ਰੱਖਦਾ ਰਹੂਗਾ। ਦੁਨੀਆ ਚਾਹੇ ਕੁਛ ਵੀ ਕਹਿੰਦੀ ਫਿਰੇ, ਕੁਛ ਵੀ ਕਰਦੀ ਫਿਰੇ, ਲੋਕ ਇੰਨੇ ਜੱਤੀ ਛੱਤੀ ਨਹੀਂ ਹੈਗੇ ਜਿੰਨੇ ਕਿ ਸਾਡਾ ਲੰਬੀਆਂ ਬਾਹਾਂ ਵਾਲਾ ਬਾਪੂ ਜੱਤੀ ਛੱਤੀ ਹੈ, ਤਪਸਵੀ ਹੈ। ਸਾਰੀ ਜ਼ਿੰਦਗੀ ਅੱਖਾਂ ਬੰਦ ਕਰਕੇ ਨਾਮ ਦੀ ਕਮਾਈ ਕੀਤੀ ਹੈ। ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ, ਡੋਲਿਆ ਨਾ ਕਰੋ, ਡਰਿਆ ਨਾ ਕਰੋ ਤੇ ਡਰਾਇਆ ਵੀ ਨਾ ਕਰੋ ਕਿਸੇ ਨੂੰ। ਇਹ ਸੋਚਿਆ ਕਰੋ ਕਿ ਜੇ ਅਸੀਂ ਬਾਬੇ ਨਾਨਕ ਦੇ ਪੁੱਤਰ, ਕਲਗੀਧਰ ਦੇ ਪੁੱਤਰ ਹਾਂ ਤੇ ਬਾਬਾ ਸ਼੍ਰੀ ਚੰਦ ਜੀ
ਸਾਡੇ ਗੁਰੂ ਪੁੱਤਰ ਨੇ, ਅਸੀਂ ਅਦਬ ਸਤਿਕਾਰ ਕਰਦੇ ਹਾਂ, ਉਹਨਾਂ ਦੇ ਦਰ ਤੇ ਜਾਂਦੇ ਹਾਂ, ਉਹਨਾਂ ਤੋਂ ਦਾਤਾਂ ਮੰਗਦੇ ਹਾਂ। ਜਿੱਥੋਂ ਦਾਤ ਮਿਲਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹ ਦਰ ਦਾ ਨਾਮ ਚੜ੍ਹਦੇ ਕਲਾ 'ਚ ਲੈਣਾ ਚਾਹੀਦਾ। ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਡਰਨਾ ਨਹੀਂ ਚਾਹੀਦਾ। ਮੈਂ ਵਿਸ਼ਵਾਸ ਨਾਲ ਕਹਿਣਾ ਕਿ ਲੰਬੀ ਬਾਂਹ ਵਾਲਾ ਬਾਪੂ ਸਦਾ ਆਪਣੇ ਭਗਤਾਂ ਦੀ ਰਾਖੀ ਕਰਦਾ ਹੈ, ਕਰਦਾ ਸੀ ਤੇ ਕਰਦਾ ਹੀ ਰਹੂਗਾ। ਪਿਆਰਿਓ, ਜਾਗੋ ਥੋੜ੍ਹਾ ਜਿਹਾ, ਡਰਿਆ ਨਾ ਕਰੋ। ਦੁਨੀਆ ਇੰਨੀ ਛੱਤੀ ਚਵਿੱਤਰ ਨਹੀਂ ਹੈ, ਤੁਸੀਂ ਲੋਕਾਂ ਨੂੰ ਵੇਂਦੇ ਫਿਰਦੇ ਹੋ। ਤੇ ਦੁਨੀਆ ਨੇ ਕਿਹੜਾ ਸਾਨੂੰ ਮੈਡਲ ਦੇ ਦੇਣੇ, ਨਾ ਹੀ ਦਿੱਤੇ ਨੇ ਨਾ। ਤੇ ਨਾਨਕ, ਗੁਰੂ ਨਾਨਕ ਨੂੰ ਪੱਥਰ ਮਾਰੇ, ਪਾਤਸ਼ਾਹ ਨੇ 4 ਸਾਹਿਬਜ਼ਾਦੇ ਕੁਰਬਾਨ ਕੀਤੇ, ਕਿੰਨਾ ਕਿੰਨਾ ਲੋਕਾਂ ਨੇ ਗੁਣ ਪਾਏ। ਅੱਜ ਉਸੇ ਦਸ਼ਮੇਸ਼ ਦੇ ਨਾਮ ਤੇ ਵੱਢ ਕੇ ਬੱਕਰਿਆਂ ਨੂੰ ਖਾਈ ਜਾਂਦੇ, ਹੋਰ ਕਰਦੇ ਕੀ ਹੈ? ਕੋਈ ਚੰਗਾ ਕੰਮ ਵੀ ਕੀਤਾ ਇਹਨਾਂ ਨੇ? ਸੰਗਤ ਜੀ, ਗੁਰੂ ਦੇ ਘਰ ਵਿੱਚ ਦਇਆ ਹੈ। ਜਿੱਥੇ ਦਇਆ ਉੱਥੇ ਰੱਬ ਹੈ, ਜਿੱਥੇ ਦਇਆ ਹੀ ਨਹੀਂ ਉੱਥੇ ਰੱਬ ਦਾ ਕੀ ਕੰਮ ਹੈ? ਬਾਬਾ ਸ਼੍ਰੀ ਚੰਦ ਜੀ ਗੁਰੂ ਪੁੱਤਰ ਹੋਣ ਦੇ ਨਾਤੇ ਵੀ ਕਹਿੰਦੇ ਆਪਾਂ ਗੁਰੂ ਪੁੱਤਰ ਦਾ ਲੇਖਾ ਦੇਣਾ ਪਵੇਗਾ। ਇਹਦੂ ਵੱਡਾ ਪ੍ਰਮਾਣ ਤੇ ਐਡੂ ਵੱਡੀ ਨਿਮਰਤਾ ਹੋਰ ਲੋਕਾਂ ਨੂੰ ਕੀ ਦੱਸੀਏ? ਸਾਨੂੰ ਤੇ ਭੁੱਲ ਹੀ ਗਿਆ ਵੀ ਅਸੀਂ ਲੇਖਾ ਵੀ ਦੇਣਾ। ਕੋਈ ਵਿਰਲਾ ਸਰੀਰ ਹੋਣਾ ਜਿਹਨੂੰ ਚੇਤਾ ਹੈ ਕਿ ਮਰਨਾ ਵੀ ਹੈ, ਲੇਖਾ ਵੀ ਦੇਣਾ। ਗੁਰਮਤ ਦੀਆਂ, ਗੁਰੂ ਸਿਧਾਂਤਾਂ ਦੀਆਂ ਇਹ ਉਲੰਘਣਾ ਕਰ ਕਰਕੇ ਸੰਗਤ ਜੀ ਗੁਰੂ ਦੀ ਜਿਹੜੀ ਸਿੱਖਿਆ ਹੈ ਉਹਦਾ ਵੀ ਘਾਣ ਕਰਦੇ ਆ ਰਹੇ ਹੈ ਤੇ ਗੁਰੂ ਦੀ ਮਹਿਮਾ ਨੂੰ ਵੇਚ ਕੇ ਖਾ ਰਹੇ ਹੈ। ਗੁਰੂ ਦਾ ਭਗਤੀ ਦੇ ਨਾਮ ਤੇ ਕਦੇ ਪਖੰਡ ਨਾ ਕਰਿਓ, ਲੇਖਾ ਦੇਣਾ ਪੈਣਾ। ਆਓ 10 ਮਿੰਟ ਬਾਕੀ ਨੇ, ਆਪਾਂ ਸਿਮਰਨ ਵੀ ਕਰਨਾ, ਕਾਲ ਪੁਰਖ ਦੀਆਂ ਖੁਸ਼ੀਆਂ ਵੀ ਲੈਣੀਆਂ। ਸਾਰੇ ਧਾਰਨਾ ਪੜਿਓ, ਗੁਰੂ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰੇ। ਜਿਹੜੀਆਂ ਆਸਾਵਾਂ ਲੈ ਕੇ ਆਏ ਆ ਬਾਪੂ ਸਾਡਾ ਪੂਰੀਆਂ ਕਰੇ। ਦੇਸ਼ ਵਿਦੇਸ਼ 'ਚ ਵੱਸਦੇ ਧੀਆਂ ਪੁੱਤਰਾਂ ਨੂੰ, ਮੇਰੇ ਭਰਾਵਾਂ ਭੈਣਾਂ ਨੂੰ ਰੱਬ ਸੁੱਖ ਦੇ। ਆਓ ਸਾਰੇ ਪਿਆਰ ਨਾਲ ਪੜ੍ਹੀਏ। ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀਆਂ ਸੰਗਤਾਂ ਤੇ, ਆਪਣੇ ਬੱਚਿਆਂ ਤੇ, ਆਪਣੇ ਭਗਤਾਂ ਤੇ, ਆਪਣੇ ਮਰੀਦਾਂ ਤੇ ਮਹਾਰਾਜ ਮਿਹਰ ਕਰੇ। ਮੁਖ ਦੁਨੀਆ ਮੋੜ ਲਵੇ, ਦਾਤਿਆ ਤੂੰ ਮੁਖੜਾ ਨਾ ਮੋੜੀ। ਦੁਨੀਆ ਮੋੜ ਲਵੇ, ਤੂੰ ਮੁਖੜਾ ਨਾ ਮੋੜੀ। ਦੁਨੀਆ ਮੋੜ ਲਵੇ, ਦਾਤਿਆ ਤੂੰ ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜ ਲਵੇ, ਦਾਤਿਆ ਤੂੰ ਮੁਖੜਾ ਨਾ ਮੋੜੀ।
ਜਗ ਭਾਵੇਂ ਸਾਰਾ ਮੁੱਖ ਮੋੜ ਲੈ ਐ ਪ੍ਰੀਤਮਾ, ਤੂੰ ਕਦੇ ਵੀ ਆਪਣੇ ਬੱਚਿਆਂ ਤੋਂ, ਭਗਤਾਂ ਤੋਂ, ਗੁਰਸਿੱਖਾਂ ਤੋਂ ਮੁੱਖ ਨਾ ਮੋੜੀ। ਜਿਵੇਂ ਦੇ ਵੀ ਹਾਂ ਤੇਰੇ ਹਾਂ ਇਹ ਵਾਹਿਗੁਰੂ, ਸਦਾ ਆਪਣੇ ਚਰਨਾਂ ਕਮਲਾਂ ਆਪਣੇ ਨਿਗਾਹ ਦੇ ਵਿੱਚ ਆਪਣੇ ਭਗਤਾਂ ਨੂੰ ਰੱਖੀ। ਸੰਗਤ ਜੀ ਆਓ, ਸੰਸਾਰ ਦੇ ਵਿੱਚ ਦੁੱਖ ਤਕਲੀਫ ਤੇ ਮਨੁੱਖ ਨੂੰ ਆਉਂਦੇ ਤੇ ਜਾਂਦੇ ਨੇ, ਕਦੇ ਵੀ ਡੋਲੋ ਨਾ, ਕਦੇ ਵੀ ਭੜਕੋ ਨਾ। ਸਮਾਂ ਸਮਰੱਥ ਹੁੰਦਾ, ਵਿਸ਼ਵਾਸ ਬਣਾ ਕੇ ਰੱਖਿਆ ਕਰੋ। ਆਪਣੀ ਭਾਵਨਾ ਨੂੰ, ਆਪਣੀ ਰੂਹ ਨੂੰ ਦੁੱਖ ਨਾ ਪਹੁੰਚਾਇਆ ਕਰੋ। ਹਮੇਸ਼ਾ ਚੰਗਾ ਸੋਚਿਆ ਕਰੋ ਕਿ ਆਹਿਸਤਾ ਆਹਿਸਤਾ ਵਾਹਿਗੁਰੂ ਜੋ ਸਾਡੀ ਇੱਛਾ, ਜੋ ਸਾਡੀ ਭਾਵਨਾ ਹੈ, ਜੋ ਸਾਡੀ ਮਨ 'ਚ ਹੈ, ਉਹ ਗੁਰੂ ਦੇ ਦਰ 'ਤੇ ਆ ਕੇ ਬਖਸ਼ਿਸ਼ ਹੁੰਦੀ ਹੈ। ਜੋ ਸਾਨੂੰ ਮਿਲਦਾ ਉਹ ਸਾਡੇ ਕਰਮਾਂ ਦਾ, ਪਰਮਾਤਮਾ ਦੀ ਖੁਸ਼ੀ ਨਾਲ ਮਿਲਦਾ ਹੈ। ਉਹ ਜੇ ਕਦੇ ਨਹੀਂ ਮਿਲਿਆ ਨਿਰਾਸ਼ ਨਾ ਹੋਵੋ। ਇਹ ਸੋਚਿਆ ਕਰੋ ਕਿ ਅਸੀਂ ਉਸ ਚੀਜ਼ ਦੇ ਹਜੇ ਲਾਇਕ ਨਹੀਂ ਹੋਏ। ਅੱਜ ਨਹੀਂ ਤੇ ਕੱਲ੍ਹ ਸੇਵਾ ਕਰਦੇ ਰਹੋ, ਸਿਮਰਨ ਕਰਦੇ ਰਹੋ, ਚਰਨਾਂ ਨਾਲ ਜੁੜੇ ਰਹੋ। ਪਰਮਾਤਮਾ ਉਹ ਵੀ ਸਾਡੇ 'ਤੇ ਇੱਕ ਦਿਨ ਬਖਸ਼ਿਸ਼ ਕਰੇਗਾ। ਸੋ ਆਓ, ਕਥਾ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਬੇਅੰਤ ਭੁੱਲਾ ਹੋ ਜਾਏ ਕਰਦੀਆਂ ਹਨ। ਆਪ ਸੰਗਤਾਂ ਦਾ, ਛੋਟਿਆਂ ਵੱਡਿਆਂ ਬਜ਼ੁਰਗਾਂ ਮਾਤਾਵਾਂ ਭੈਣਾਂ ਦਾ ਬੜਾ ਅਥਾਹ ਪਿਆਰ ਹੈ। ਸੋ ਸੰਗਤ ਜੀ, ਹੁਣ ਗਰਮੀ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ। ਆਪ ਜੀ ਸਾਰੇ ਗੁਰੂ ਨਾਨਕ ਦਾ ਪਰਿਵਾਰ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਾਂ ਕਿ ਸੰਗਤ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਹਰ ਐਤਵਾਰ ਨੂੰ, ਔਰ ਕਈ ਦਫਾ ਸੰਗਤ ਨੂੰ ਲਾਈਨ ਦੇ ਵਿੱਚ ਦਰਸ਼ਨਾਂ ਵਾਸਤੇ 4 ਘੰਟੇ, ਇੰਨੇ ਕੁ 3-4 ਘੰਟੇ ਤੇ ਇੱਕ ਬੰਦੇ ਨੂੰ ਖੜੇ ਨੂੰ ਲੱਗ ਜਾਂਦੇ ਆ। ਅੱਜ ਕੱਲ੍ਹ ਸ਼ੂਗਰ, BP, ਗੋਡੇ ਪੀੜ, ਐਰਾ ਵਗੈਰਾ ਕਈ ਪ੍ਰੋਬਲਮਸ ਨੇ ਸਰੀਰ ਨੂੰ। ਔਰ ਮੈਂ ਫਿਰ ਇਹ ਬੇਨਤੀ ਕਰੂੰਗਾ, ਦੇਖੋ ਕਦੇ ਵੀ ਕਾਲੇ ਨਹੀਂ ਪੈਣਾ ਚਾਹੀਦਾ। ਰੱਬ ਨੂੰ ਤੁਸੀਂ ਹਾਜ਼ਰ ਨਾਜ਼ਰ ਸਮਝਦੇ ਹੋ। ਮਾਤਾਵਾਂ ਭੈਣਾਂ ਦੇ ਵੀ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਜ਼ਰੂਰੀ ਬਚਨ ਹੁੰਦਾ ਨਾ, ਤੁਸੀਂ ਉਹ ਆਸਨ 'ਤੇ ਕਰੋ। ਔਰ ਜਿਹੜਾ ਹਰ ਵਾਰ ਅਸੀਂ ਉਹੀ ਬਚਨ ਕਰਦੇ ਹਾਂ, ਉਹ ਤਾਂ ਬਾਬਿਆਂ ਨੂੰ ਪਤਾ ਹੀ ਹੁੰਦਾ ਕਿ ਕੋਈ ਰੱਬ ਦੀ ਗੱਲ ਕਰਨੀ, ਕੋਈ ਐਸਾ ਵੈਸਾ ਬਚਨ ਹੁੰਦਾ ਉਹ ਵੀ ਕਰੋ। ਹਰ ਐਤਵਾਰ ਅਸੀਂ ਉਹੀ ਪੁਰਾਣੀਆਂ ਗੱਲਾਂ, ਉਹ ਸਮਾਂ ਲੱਗਦਾ ਜਿਹੜੇ ਵਿਚਾਰੇ ਬਾਹਰ ਖਲੋਤੇ ਹੁੰਦੇ, ਪਹਿਲੀ ਵਾਰ ਆਏ ਹੁੰਦੇ, ਉਹਨਾਂ ਲਈ ਸਮੱਸਿਆ ਹੋ ਜਾਂਦੀ ਹੈ। ਅਤੇ ਹਮੇਸ਼ਾ ਬਚਨਾਂ ਨੂੰ ਸੰਕੋਚ ਕੇ ਕਰੋ, ਥੋੜ੍ਹਾ ਕਰੋ। ਅਸੀਂ ਬੜੀ ਵਾਰ ਜਥੇ 'ਚ ਬਹਿ ਕੇ ਵਿਚਾਰ ਕੀਤੀ ਕਿ ਇਸ ਚੀਜ਼ ਦਾ ਹੱਲ ਕਿਵੇਂ ਕੱਢੀਏ, ਸਾਨੂੰ ਤਾਂ ਕੋਈ ਹੱਲ ਨਹੀਂ ਮਿਲਦਾ। ਅਤੇ ਕਈ ਸੰਗਤ ਕਹਿੰਦੀ ਕਿ ਬਾਬਾ ਜੀ ਸਟੇਜ 'ਤੇ ਹੀ ਫਤਿਹ ਬੁਲਾ ਦਿਆ ਕਰੋ। ਮੈਂ ਜੇ ਸਟੇਜ 'ਤੇ ਫਤਿਹ ਬੁਲਾਵਾਂ ਤੁਹਾਨੂੰ ਸੰਤੁਸ਼ਟੀ ਆ ਜਾਊਗੀ? ਨਹੀਂ ਆਏਗੀ। ਹੈ ਮਿਲਣਾ ਪੈਣਾ ਨਾ। ਜੇ ਮੈਂ ਕਿਹਾ ਵੀ ਸਟੇਜ ਤੋਂ ਫਤਿਹ ਬੁਲਾ ਕੇ ਤੁਰ ਜਿਆ ਕਰੀਏ ਅਤੇ ਮਨ ਸਾਡਾ ਫਿਰ ਵੀ ਨਹੀਂ ਟਿਕਣਾ ਕਿ ਬਾਬਿਆਂ ਨੂੰ ਗੱਲ ਨਹੀਂ ਹੋਈ। ਕਿਉਂਕਿ ਆਪਣੀ ਸ਼ੁਰੂ ਤੋਂ ਇਹ ਰੀਤ ਬਣੀ ਆ। ਸੰਗਤ ਸਾਰੀ ਪਿਆਰ ਵਾਲੀ ਹੈ ਮੰਡੀ ਸਾਹਿਬ, ਚਾਹੇ ਉਹ ਵਿਦੇਸ਼ਾਂ 'ਚ ਨੇ, ਇੱਥੇ ਨੇ, ਸਾਰਿਆਂ ਦਾ ਪ੍ਰੇਮ ਹੈ। ਹੁਣ ਕਈਆਂ ਦੇ ਵੀ ਹੁੰਦਾ ਕਿ ਬਾਬਾ ਜੀ ਫੋਨ ਕੀਤਾ ਚੁੱਕਿਆ ਨਹੀਂ। ਹੁਣ ਦੇਖੋ, ਦੇਖਣ ਨੂੰ ਤੁਹਾਨੂੰ ਮੈਂ ਇਕੱਲਾ ਦਿਸ ਰਿਹਾ, ਮੇਰੇ ਨਾਲ ਸਿੰਘ ਵੀ ਨੇ। ਇੱਕ ਦਿਨ ਦੇ ਵਿੱਚ ਇੱਕ ਫੋਨ ਥੋੜ੍ਹਾ ਹੋਣਾ ਹੁੰਦਾ, ਪਤਾ ਨਹੀਂ ਕਿੰਨੇ ਕੁ ਫੋਨ ਆਉਂਦੇ। ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਗੱਲ ਕਿਹਦੇ ਨਾਲ ਕੀਤੀ ਆ। ਅਤੇ ਬਾਅਦ 'ਚ ਮੈਂ ਮੁੰਡਿਆਂ ਨੂੰ ਪੁੱਛਦਾ ਨਾ ਵੀ ਇਹ ਭਾਈ ਸਿੰਘ ਕੌਣ ਸਣ? ਜਾਂਦੇ ਬਾਬਾ ਜੀ ਸਾਨੂੰ ਨਹੀਂ ਪਤਾ, ਤੁਹਾਨੂੰ ਪਤਾ ਹੋਣਾ ਵਾ। ਵੀ ਇਸ ਕਰਕੇ ਇੰਨੀਆਂ ਕੋਲਸ ਆਉਣ ਦੇ ਬਾਵਜੂਦ ਵੀ ਇੰਨੇ ਫੋਨ, ਤੁਸੀਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਮਾਈਂਡ ਨਾ ਕਰਿਆ ਕਰੋ। ਸ਼ਰਧਾ ਜਿਹੜੀ ਆ ਇੱਥੇ ਹਿਰਦੇ 'ਚ ਹੈ, ਪ੍ਰੇਮ ਇੱਥੇ ਹੁੰਦਾ। ਜੇ ਸਾਨੂੰ ਕੁਛ ਮਿਲਣਾ ਹੈ ਨਾ, ਉਹ ਘਰ ਬੈਠਿਆਂ ਨੂੰ ਮਿਲ ਜਾਣਾ ਵਾ। ਭਾਵਨਾ ਰੱਖੋ, ਸ਼ਰਧਾ ਰੱਖੋ, ਫੋਨਾਂ ਤੱਕ ਸੀਮਿਤ ਨਾ ਰਹੋ। ਇੱਕ ਸਮਾਂ ਸੀ ਫੋਨ ਨਹੀਂ ਸੀ ਹੁੰਦੇ, ਲੋਕ ਉਦੋਂ ਵੀ ਗੁਰੂ ਘਰ ਜਾਂਦੇ ਸੀ, ਸੰਤਾਂ ਦੇ ਜਾਂਦੇ ਸੀ। ਫੋਨ ਨੂੰ ਇੱਕ ਜ਼ਰੀਆ ਨਾ ਸਮਝੋ, ਆਪਣੇ ਅੰਦਰਲੇ ਫੋਨ ਨੂੰ ਲਾਇਆ ਕਰੋ। ਹਾਂ, ਅੰਦਰੋਂ ਜਾਗੋ ਭਾਈ, ਅੰਦਰਲਾ ਫੋਨ ਵੀ ਲਾ ਕੇ ਵੇਖੋ। ਅਤੇ ਅੰਦਰਲੇ ਫੋਨ ਦਾ ਰਸ ਹੋਰ ਵਾ, ਪ੍ਰੇਮ ਵੱਧਦਾ, ਭਾਵਨਾ ਵੱਧਦੀ ਹੈ, ਭਾਵਨਾ ਹੋਰ ਗੂੜੀ ਹੁੰਦੀ ਹੈ। ਦੂਜੇ ਨੰਬਰ 'ਤੇ ਬੁੱਧਵਾਰ ਵੀ ਸੰਗਤ ਇੰਨੀ ਹੋਣ ਲੱਗ ਗਈ, ਸਵੇਰ ਤੋਂ ਸ਼ਾਮ ਪੈ ਜਾਂਦੀ ਸੀ, ਉਹ ਵੀ ਚਲੋ ਸੰਕੋਚ ਕੇ। ਹੁਣ ਗਰਮੀ ਦੀ ਰੁੱਤ ਹੈ, ਆਪ ਜੀ ਜਦੋਂ ਲਾਈਨ 'ਚ ਲੱਗਦੇ ਹੋ,
2-4 ਘੰਟੇ ਬਾਅਦ ਵਾਰੀ ਆਉਂਦੀ, ਦਾਸ ਨੂੰ ਬੜਾ ਮਹਿਸੂਸ ਹੁੰਦਾ ਹੈ। ਮੈਂ ਆਪ ਜੀ ਨੂੰ ਬਹੁਤ ਪ੍ਰੇਮ ਸਨੇਹ ਔਰ ਆਪਣੇ ਪਰਿਵਾਰ ਵਾਂਗੂ ਪੂਜਦਾ ਕਿ ਮੇਰੇ ਗੁਰੂ ਨਾਨਕ ਦਾ, ਬਾਬਾ ਸ਼੍ਰੀ ਚੰਦ ਦਸ਼ਮੇਸ਼ ਜੀ ਦਾ ਪਰਿਵਾਰ ਹੈ। ਔਰ ਆਪ ਜੀਆਂ ਨੂੰ ਜਿਹੜੇ ਬਾਲੇ ਐਮਰਜੈਂਸੀ ਹੈ ਉਹਨਾਂ ਨੂੰ ਮੈਂ ਸਿੰਘਾਂ ਨੂੰ ਬੱਚਿਆਂ ਨੂੰ ਬੇਗਮ ਸਾਧੂ ਨੂੰ ਬੇਨਤੀ ਕਰਦਾ, ਜਿਨ੍ਹਾਂ ਬੀਬੀਆਂ ਦੇ ਛੋਟੇ ਛੋਟੇ ਬੱਚੇ ਹੈ ਜਾਂ ਬਜ਼ੁਰਗ ਨੇ ਉਹਨਾਂ ਨੂੰ ਦੂਸਰੇ ਗੇੜ 'ਤੇ ਲੰਘਾ ਦਿੱਤਾ ਜਾਇਆ ਕਰੇ। ਉਹ ਜਿੰਨਾ ਬਚਨ ਕਰਨੇ ਆਪਾਂ ਹਰ ਐਤਵਾਰ ਇੱਕੋ ਹੀ ਬਚਨ ਕਰਦੇ ਹਾਂ। ਔਰ ਮੇਰੀ ਇੱਛਾ ਹੁੰਦੀ ਕੋਈ ਰੱਬ ਦੀ ਗੱਲ ਵੀ ਪੁੱਛ ਲਿਆ ਕਰੋ, ਰੱਬ ਦੀ ਗੱਲ ਵੀ ਕਰ ਲਿਆ ਕਰੋ, ਰੱਬ ਵੀ ਮੰਗ ਲਿਆ ਕਰੋ। ਅਤੇ ਇਸ ਕਰਕੇ ਮੈਂ ਅੱਗੇ ਵੀ ਕਿ ਲੰਮੀਆਂ ਬਾਹਾਂ ਵਾਲਾ ਬਾਪੂ ਆਪਣੇ ਭਗਤਾਂ ਦੇ ਨਾਲ ਵਾ, ਉਹਨੇ ਆਪੇ ਦੇ ਹੀ ਦੇਣਾ ਤੁਹਾਨੂੰ, ਤੁਹਾਡੀ ਕੰਡ ਨਹੀਂ ਲੱਗਣ ਦਿੰਦਾ ਉਹ, ਅਤੇ ਨਾ ਹੀ ਤੁਹਾਨੂੰ ਕਦੇ ਹਾਰਨ ਦਊਗਾ। ਇੰਨਾ ਸਮਰੱਥ ਹੈ, ਇੰਨਾ ਕੁ ਤਾਂ ਮਾਣ ਰੱਖਦੇ ਹਾਂ ਫਕੀਰੀ ਦੇ। ਅਤੇ ਇਸ ਕਰਕੇ ਸੰਗਤ ਜੀ ਆਸਨ 'ਤੇ ਜਦੋਂ ਤੁਸੀਂ ਲੰਘਣਾ ਹੁੰਦਾ ਬਚਨ ਸੰਕੋਚ ਕੇ ਕਰਕੇ ਲੰਘਿਆ ਕਰੋ। ਪਰ ਬੀਬੀਆਂ ਵਿਚਾਰੀਆਂ ਨੂੰ ਹੁੰਦਾ ਵੀ ਸਾਰੇ ਬਚਨ ਅੱਜ ਹੀ ਕਰ ਲਈਏ ਅਤੇ ਸਾਰੇ ਵੀ ਖਜ਼ਾਨਾ ਦੂਜੀ ਵਾਰ ਸ਼ਾਇਦ ਆਉਣਾ ਹੀ ਨਾ ਪਏ। ਪਰ ਹਾਜ਼ਰੀ ਜਿਹੜੀ ਹੈ ਨਾ ਉਹ ਜ਼ਰੂਰ ਲਾਇਆ ਕਰੋ, ਐਤਵਾਰ ਲਾਓ, ਅੱਗੋਂ ਪਿੱਛੋਂ ਲਾਓ। ਦਰਬਾਰ ਦੀ ਹਾਜ਼ਰੀ ਹੁੰਦੀ, ਗੁਰੂ ਸਾਹਿਬ ਦੇ ਘਰ ਦੀ ਹਾਜ਼ਰੀ ਤੁਸੀਂ ਜ਼ਰੂਰ ਲਾਇਆ ਕਰੋ। ਅਤੇ ਮੰਨਤ ਗੁਰੂ ਗ੍ਰੰਥ ਸਾਹਿਬ ਤੋਂ, ਧੂਣਾ ਸਾਹਿਬ 'ਤੇ ਜ਼ਰੂਰ ਮੰਗਿਆ ਕਰੋ। ਸੰਸਾਰ ਦੀ ਪਰਵਾਹ ਨਾ ਕਰੋ, ਇੱਕ ਨਿਰਪੱਖ ਹੋ ਕੇ ਆਪਣੇ ਪਰਮੇਸ਼ਵਰ ਨੂੰ, ਆਪਣੇ ਮੁਰਸ਼ਦ ਨੂੰ ਪਿਆਰ ਕਰੋ। ਰੱਬ ਝੋਲੀਆਂ ਭਰਦਾ। ਔਰ ਜੇ ਕਿਸੇ ਨੇ ਇਸ ਵਿਸ਼ੇ 'ਤੇ ਸੁਝਾਅ ਦੇਣਾ ਦੇ ਸਕਦੇ। ਕਈਆਂ ਮੈਨੂੰ ਆਖਿਆ ਵੀ ਬਾਬਾ ਟੋਕਨ ਲਾ ਦਿਓ। ਮੈਂ ਕਿਹਾ ਸੀ ਵਪਾਰ ਥੋੜ੍ਹਾ ਕਰਨਾ, ਅਸੀਂ ਫਕੀਰ ਵਾਂ। ਅਖਾੜਾ ਸਾਹਿਬ 'ਤੇ ਜੋ ਕੁਛ ਬਣ ਰਿਹਾ ਉਹ ਸੰਗਤ ਦਾ ਹੈ। ਔਰ ਮੈਂ ਵਿਦੇਸ਼ਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਖਾੜਾ ਸਾਹਿਬ 'ਤੇ ਬਹੁਤ ਸਾਰੀਆਂ ਸੇਵਾਵਾਂ ਲੱਗੀਆਂ। 3 ਸਾਲ ਮੰਗੇ ਆਪ ਜੀ ਤੋਂ, ਸਿਰਫ 3 ਸਾਲ। ਅਤੇ ਇਸ ਕਰਕੇ ਸਾਰੇ ਆਪਣੀਆਂ ਕਿਰਤ ਕਮਾਈਆਂ ਤੋਂ ਦਸਵੰਧ ਦੇ ਕੇ ਅਖਾੜਾ ਸਾਹਿਬ ਦੀ ਚੜ੍ਹਦੀ ਕਲਾ ਵਾਸਤੇ ਆਪ ਸਾਰੇ ਸਾਥ ਦਿਓ। ਬਹੁਤਾਂ ਨੂੰ ਥੋੜ੍ਹਾ ਹੀ ਦਿਓ, ਪਰ ਦਾਨ ਪੁੰਨ ਕਰਕੇ ਆਪਣਾ ਜਨਮ ਅਤੇ ਆਪਣਾ ਧਨ ਸਫਲ ਕਰੋ। ਬਹੁਤਾਂ ਨੂੰ ਥੋੜ੍ਹਾ ਦਵੋ ਜ਼ਰੂਰ। ਸੰਗਤ ਜੀ ਸਿਰਫ 3 ਸਾਲ ਅਤੇ ਗੁਰੂ ਮਹਾਰਾਜ ਕਿਰਪਾ ਕਰਨਗੇ। 1.5 ਕੁ ਸਾਲ ਤੇ ਸਾਲ ਹੋਈ ਚੱਲਿਆ ਮੇਰੇ ਖਿਆਲ ਮਲਕੀਤ ਸਿੰਘ ਜੀ। ਇਸ ਕਰਕੇ ਜੇ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਕਿ ਐਤਵਾਰ ਨੂੰ ਸੰਗਤ ਨੂੰ ਕਿਵੇਂ ਜਲਦੀ ਮਿਲਿਆ ਜਾਵੇ, ਪਿਛਲੇ ਐਤਵਾਰ 8:30 ਹੋ ਗਏ ਸਨ। ਹੈ ਤਾਂ ਦੱਸਦਾ ਵੀ ਸਰੀਰ ਹੈ, ਥੱਕ ਜਾਂਦਾ, ਮੂੰਹ ਵੀ ਥੱਕ ਜਾਂਦਾ। ਇੱਕ ਸਿੰਘ ਕਹਿੰਦਾ ਮੈਨੂੰ ਤੁਹਾਡੇ ਤਰਸ ਆਉਂਦਾ। ਮੈਂ ਕਿਹਾ ਅੱਛਾ ਤੁਹਾਨੂੰ ਤਰਸ ਤਾਂ ਆਉਂਦਾ ਹੋਣਾ ਕਿ ਬਾਬਾ ਜੀ ਬੈਠੇ ਰਹਿੰਦੇ ਹੁੰਦਾ। ਨਹੀਂ ਤੁਸੀਂ ਬੋਲਦੇ ਬੜਾ ਜੇ। ਮੈਂ ਕਿਹਾ ਭਾਈ ਸੰਗਤ 'ਤੇ ਕੋਈ ਸੰਗਤ ਸਮੱਸਿਆ ਦੱਸਦੀ, ਉਹਦਾ ਆਨਸਰ ਨਾ ਕਰਾਂਗੇ ਅਗਲਾ ਹੋਰ ਦਾਸ ਹੋ ਜਾਂਦਾ, ਕਿਉਂਕਿ ਦੁਨੀਆ ਪਹਿਲਾਂ ਬੜੀ ਦੁਖੀ ਹੈ। ਸੋ ਇਸ ਕਰਕੇ ਭਾਈ ਬੜੇ ਪ੍ਰਯਾਸ ਕਰਕੇ ਦੇਖੇ ਵੀ ਸੋਮਵਾਰ ਤੋਂ ਲੈ ਕੇ ਹਫ਼ਤਾ ਹੁੰਦਾ ਨਾ, 7 ਦਿਨਾਂ ਦੇ ਜਿੱਦਾਂ ਕਿ ਦਿਨ ਹੁੰਦੇ ਆ, ਅਤੇ 7 ਦਿਨ ਮਿਲ ਕੇ ਵੀ ਦੇਖਿਆ ਮੇਰੇ ਤੋਂ ਪੂਰੇ ਨਹੀਂ ਆਇਆ ਗਿਆ। ਬੁੱਧਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਐਤਵਾਰ ਰੱਖ ਕੇ ਤਾਂ ਵੀ ਪੂਰੇ ਨਹੀਂ ਆਇਆ ਗਿਆ। ਇਸ ਕਰਕੇ ਕੁਛ ਹੱਲ ਤੁਸੀਂ ਕਰਨਾ, ਤੁਸੀਂ ਸਾਡਾ ਪਰਿਵਾਰ ਹੋ, ਜ਼ਰੂਰ ਤੁਸੀਂ ਹੱਲ ਕਰਿਓ। ਜੇ ਮੇਰੇ ਨਾਲ ਗੱਲ ਕਰ ਸਕੇ ਬਾਬਾ ਕੁਲਦੀਪ ਸਿੰਘ ਜਥੇਦਾਰ ਨਾਲ ਜ਼ਰੂਰ ਕਰਿਓ। ਤੁਸੀਂ ਸੰਗਤ ਸਾਨੂੰ ਸੁਝਾਅ ਦੇਵੇ ਵੀ ਕਿੱਦਾਂ ਵੀ ਇੱਕ ਹੈਂਡਲ ਹੋ ਸਕਦਾ ਕਿ ਮਾਈਆਂ ਨੂੰ ਵਿਚਾਰੀਆਂ ਨੂੰ ਬੱਚੇ ਲੈ ਕੇ ਬੜਾ ਚਿਰ ਖੜਨਾ ਪੈਂਦਾ। ਔਰ ਮੈਂ ਪਰਿਵਾਰਿਕ ਮੈਂਬਰ ਹੋਣ ਕਰਕੇ ਤੁਹਾਡੇ ਪਰਿਵਾਰ ਦਾ, ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹੋਣ ਦੇ ਨਾਤੇ 'ਤੇ ਕਹਿ ਰਹੇ ਹਾਂ। ਅਤੇ ਇਸ ਕਰਕੇ ਸਾਨੂੰ ਸਲਾਹ ਜ਼ਰੂਰ ਦਿਓ। ਆਹ 2 ਮਹੀਨੇ ਲਗਾਤਾਰ ਦੀਵਾਨ ਚੱਲਦੇ ਰਹੇ, ਮੈਂ ਕਿਤੇ ਸੰਗਤ ਨੂੰ ਮਿਲ ਵੀ ਨਹੀਂ ਪਾਇਆ। ਰਾਤ ਦਿਨ ਕਰਕੇ ਕਮਰੇ 'ਚ ਵੀ ਰਹੇ ਔਰ ਸੰਗਤ ਦਰਸ਼ਨ ਨਹੀਂ ਕਰ ਸਕੇ। ਬਹੁਤ ਸਾਰੇ ਪਰਿਵਾਰਾਂ ਨੇ ਬੇਨਤੀ ਕੀਤੀ ਹੁੰਦੀ ਬਾਬਾ ਜੀ ਸਾਡੇ ਗ੍ਰਹਿ ਪ੍ਰਵੇਸ਼ ਕਰੋ, ਚਰਨ ਪਾਓ। ਉਹਨਾਂ ਪਰਿਵਾਰਾਂ ਵਿੱਚ ਵੀ ਨਹੀਂ ਜਾਇਆ ਗਿਆ, ਇੰਨੇ ਬਿਜੀ ਹੋਣ ਦੇ ਬਾਵਜੂਦ। ਉਹਨਾਂ ਪਰਿਵਾਰਾਂ ਤੋਂ ਵੀ ਦਾਸ ਮਾਫੀ ਦਾ ਪਾਤਰ ਹੈ। ਉਹ ਥੋੜ੍ਹਾ ਜਿਹਾ ਸਮਾਂ ਵਿਚਾਰ ਕੇ ਸੀ, ਉਹ ਡਾਇਰੀ 'ਤੇ ਸਾਰੇ ਪ੍ਰੋਗਰਾਮ ਲਿਖੇ ਹੋਏ ਨੇ, ਸ਼ੁਰੂ ਕਰਾਂਗੇ। ਔਰ ਮੇਰੀ ਇੱਕ ਬੇਨਤੀ ਤੁਹਾਡੇ ਸਾਰਿਆਂ ਚਰਨਾਂ 'ਚ, ਮਾਤਾਵਾਂ ਭੈਣਾਂ ਦੇ ਚਰਨਾਂ 'ਚ ਬੇਨਤੀ, ਅਰਦਾਸ ਕਰਿਓ ਦਾਸ ਲਈ, ਸਾਡੇ ਸਾਰੇ ਜਥੇ ਲਈ। ਅਸੀਂ ਆਪ ਸੰਗਤ ਦੇ ਜੋੜੇ ਅਤੇ ਗੁਰੂ ਘਰ ਦੀ ਸੇਵਾ ਤਨ ਮਨ ਧਨ ਨਾਲ ਕਰਦੇ ਰਹੀਏ ਔਰ ਤੁਹਾਡੇ ਚਰਨਾਂ ਦੀ ਧੂੜ ਅਸੀਂ ਲੈਂਦੇ ਰਹੀਏ। ਔਰ ਸੰਗਤ ਜੀ ਇਹ ਸੁਝਾਅ ਆਪ ਸੰਗਤਾਂ ਨੇ ਬਾਬਾ ਕੁਲਦੀਪ ਸਿੰਘ ਜੀ ਨੂੰ ਜ਼ਰੂਰ ਦੱਸਣਾ ਕਿਸ ਤਰੀਕੇ ਨਾਲ ਅਸੀਂ ਸੰਗਤ ਦਾ ਸਾਰਾ ਸ਼ਰਧਾ ਬਣੀ ਰਹੇ, ਕਿਸੇ ਨੂੰ ਧੱਕਾ ਨਾ ਵੱਜੇ, ਕਿਸੇ ਨੂੰ ਵੇਟ ਨਾ ਕਰਨੀ ਪਵੇ, ਕੁਛ ਤਰੀਕਾ ਲੱਭਿਆ ਜਾਵੇ। ਕਈਆਂ ਨੇ ਵੀ ਆਖਿਆ ਕਿ ਬਾਬਾ ਜੀ ਐਤਵਾਰ ਜਿਹੜਾ ਹੈ
ਉਹ 12 ਕੁ ਵਜੇ ਜਾਂ 11:30 12 ਵਜੇ ਦੇ ਭੋਗ ਪੈ ਜਾਣ ਤੇ 1 ਵਜੇ ਸੰਗਤ ਦਰਸ਼ਨ ਕਰਨ ਸ਼ੁਰੂ ਕਰੋ। ਉਹ ਜੇ ਇਦਾਂ ਕਰਦੇ ਨੇ ਸੰਗਤ ਆਉਂਦੀ 2 ਵਜੇ, ਸਾਡੇ ਇਲਾਕੇ ਵਾਲੇ ਜਿਹੜੇ ਨੇੜੇ ਵਾਲੇ ਆਉਂਦੇ ਹੀ 4 ਵਜੇ ਆ ਕਿ ਬਾਬੇ ਹੁਣ ਵਿਹਲੇ ਹੋਏ ਤੇ 4 ਵਜੇ ਜਾਵਾਂਗੇ, ਖੁੱਲੇ ਬਚਨ ਹੋ ਜਾਂਦੇ ਆ। ਹਰ ਬੰਦਾ ਆਪਣੇ ਤਰੀਕੇ ਨਾਲ ਚੱਲਦਾ, ਉਹ ਸਾਡੇ ਤਰੀਕੇ ਨਾਲ ਕੋਈ ਨਹੀਂ ਚੱਲ ਰਿਹਾ। ਇਸ ਕਰਕੇ ਮੈਂ ਬੇਨਤੀ ਕਰਦਾ ਇਲਾਕੇ ਵਾਲਿਆਂ ਨੂੰ ਵੀ ਸਮੇਂ ਨਾਲ ਪਹੁੰਚਿਆ ਕਰੋ, ਅਰਦਾਸ ਜ਼ਰੂਰ ਹਾਜ਼ਰੀ ਲਾਇਆ ਕਰੋ। ਤੋ ਆਪ ਜੀ ਅਗਲੇ ਐਤਵਾਰ ਤੱਕ ਸਾਡੇ ਸੰਤਾਂ ਨੂੰ ਸੁਝਾਅ ਦਿਓ, ਜਿਨ੍ਹਾਂ ਦੀ ਆਸਥਾ ਨੂੰ ਕੋਈ ਠੇਸ ਪਹੁੰਚਦੀ ਆ, ਅਖਾੜਾ ਸਾਹਿਬ ਕਰਕੇ ਕਿਸੇ ਨੂੰ ਧੱਕਾ ਵੱਜਦਾ, ਜੇ ਕਿਸੇ ਮਨ 'ਚ ਕੋਈ ਭਰਮ ਪੈਦਾ ਹੁੰਦਾ, ਅਸੀਂ ਉਸ ਚੀਜ਼ ਦੇ ਸਮਾਂ ਦੇ ਜਾਚਕ ਹਾਂ। 4 ਚੁਫੇਰੇ ਸੇਵਾ ਲੱਗੀ ਹੈ, ਉਹ ਸਿੰਘਾਂ ਦੀ ਵੀ ਭਜਨਾਂ 'ਚ ਬਹੁਤ ਰਹਿੰਦੀ ਹੈ। ਇਸ ਕਰਕੇ ਸਾਡੇ ਕੋਲ ਕੋਈ ਧੱਕਾ ਵੱਜੇ ਕਿਸੇ ਨੂੰ ਜਾਂ ਕੁਛ, ਅਸੀਂ ਮਾਫੀ ਮੰਗਦੇ ਹਾਂ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।